मेरी आवाज है? पंजाबी का अकेडमी पंजाबी का अकेडमी वालों सारे सज्जना मित्रों ਨੂੰ ਜੀ ਆਇਆਂ ਨੂੰ ਆਖਣਾ। ਅੱਜ ਦਾ ਜਿਹੜਾ ਅਚੇਚਾ ਪ੍ਰੋਗਰਾਮ, ਅਚੇਚੀ ਬੈਠਕ, एक साढ़े बहुत ही खास ते महान पंजाबी जबान के शायर, उस्ताद और लिखारी, उन्होंने ਅਸੀਂ याद करते हैं मना रहे हैं। मेरी मुराद अली अरशद मीर होरी ने। अली अरशद मीर एक ऐसा ना है जिन्होंने ਜਦੋਂ तक पंजाबी जबान रहेगी लोग भुल नहीं सकणगे, क्यों जो उन्हों का काम इन्ना सोहना ते सुथरा है। मैं उन्होंने याद करते आया, साईं वारिस शाह का एक शेर जरूर तुहाडे नाल साझा करांगा कि वारिस शाह ਉਹ सदा ही जिंदे ने जिन्हां कीतियां नेक कमाईਆਂ ਤੇ ਜਿਨ੍ਹਾਂ ਨੇ ਨੇਕ ਕਮਾਈਆਂ ਕੀਤੀਆਂ ਉਹ ਅੱਜ ਵੀ ਸਾਡੇ ਆਲੇ ਦੁਆਲੇ ਨੇ। ਜਿਵੇਂ ਅਸੀਂ ਅੱਜ ਅਲੀ ਅਰਸ਼ਦ ਮੀਰ ਹੋਰਾਂ ਦੀ ਯਾਦ ਮਨਾ ਰਹੇ ਆ, ਉਹਨਾਂ ਨੂੰ ਸਾਡੇ ਤੋਂ ਵਿਛੜਿਆਂ 12 ਵਰੇ ਹੋ ਗਏ ਨੇ, ਲੇਕਿਨ ਉਹਨਾਂ ਦਾ ਕਲਾਮ, ਉਹਨਾਂ ਦੀ ਸ਼ਾਇਰੀ ਅੱਜ ਵੀ ਜ਼ਿੰਦਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ। ਪੰਜਾਬੀ ਸਾਹ ਦੇ ਵਿੱਚ, ਦੁਨੀਆ ਭਰ ਦੇ ਵਿੱਚ ਪੰਜਾਬੀ ਅਦਬ ਦਾ ਸਿਰ ਉਚਾਰਾ ਕਰ ਰਹੀ ਹੈ। ਉਹਨਾਂ ਦਾ ਇੱਕ ਮਿਸਰਾ ਜਿਹੜਾ ਅਸੀਂ ਅੱਜ ਆਪਣੇ ਅੱਜ ਦੇ ਉਸ ਇਸ਼ਤਿਹਾਰ ਤੇ ਲਾਇਆ, ਜਿਹੜਾ ਤੁਸੀਂ ਦੋਸਤਾਂ ਨੇ ਸਾਰਿਆਂ ਨੇ ਵੇਖਿਆ, ਉਹਦੇ ਵਿੱਚ ਪੂਰੀ ਵਰਤੋਂ ਹੈ, ਪੂਰੀ ਹਯਾਤੀ ਹੈ। ਔਰ ਵੱਡਾ ਸ਼ਾਇਰ ਉਹ ਹੀ ਹੁੰਦਾ ਹੈ ਜਿਹੜਾ ਥੋੜੇ ਲਫ਼ਜ਼ਾਂ 'ਚ ਵੱਡੀ ਗੱਲ ਕਰ ਜਾਵੇ। ਉਹਨਾਂ ਦਾ ਮਿਸਰਾ ਵੇਖੋ ਕਿ ਫਿਰ ਮੈਂ ਰੱਜ ਨਾਲ ਗੱਲਾਂ ਕੀਤੀਆਂ। ਇਸ ਇੱਕ ਮਿਸਰੇ ਦੇ ਵਿੱਚ ਜੀਵਨ ਦਾ ਚਾਅ, ਸਖੀਆਂ ਨਾਲ ਬਹਿਣ ਦੀ ਗੱਲ, ਤ੍ਰਿੰਜਣ ਤੇ ਬੈਠੀਆਂ ਸਹੇਲੀਆਂ ਨੂੰ ਵੇਲਾ ਛੇਤੀ ਮੁੱਕ ਜਾਣ ਦਾ ਪਛਤਾਵਾ, ਸਾਰੇ ਉਹ ਪੱਖ ਨੇ ਜਿਹੜੇ ਇਹਨਾਂ ਦੀ ਸ਼ਾਇਰੀ ਸਾਨੂੰ ਲੱਭਦੇ ਨੇ। ਅੱਜ ਮੈਂ ਆਪਣੇ ਆਪ ਨੂੰ ਧੰਨਵਾਦੀ ਸਮਝਣਾ ਕਿ ਅੱਜ ਦੇ ਇਸ ਇਕੱਠ ਦੇ ਵਿੱਚ ਉਹਨਾਂ ਦੇ ਉਹ ਬੇਟੀ ਸੱਜਣ ਮਿੱਤਰ ਸ਼ਾਮਲ ਨੇ ਜਿਨ੍ਹਾਂ ਉਹਨਾਂ ਨਾਲ ਵਕਤ ਗੁਜ਼ਾਰਿਆ। ਔਰ ਉਹ ਦੋਵਾਂ ਪੰਜਾਬਾਂ ਤੋਂ ਅੱਜ ਅਸੀਂ ਇਕੱਠੇ ਹਾਂ, ਕਿਉਂਕਿ ਉਹਨਾਂ ਦਾ ਕਲਾਮ ਦੁਨੀਆ ਭਰ 'ਚ ਹਰ ਪੰਜਾਬੀ ਲਈ ਆਪਣਾ ਲੱਗਦਾ ਹੈ। ਔਰ ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਲਹਿੰਦੇ ਚੜ੍ਹਦੇ ਪੰਜਾਬ 'ਚੋਂ, ਉਹ ਅਸੀਂ ਯਾਦਾਂ ਸਾਂਝੀਆਂ ਕਰਨ ਜਾ ਰਹੇ ਹਾਂ ਅਲੀ ਅਰਸ਼ਦ ਮੀਰ ਹੋਰਾਂ ਦੀਆਂ। ਸਾਡੇ ਨਾਲ ਮੌਜੂਦ ਨੇ ਰਾਜਾ ਸਾਦਕੁੱਲਾ, ਬਹੁਤ ਹੀ ਸੋਹਣੇ ਸੁਲੱਖਣੇ ਸ਼ਾਇਰ, ਮਾਂ ਬੋਲੀ ਦੇ ਸੁੱਚੇ ਸੇਵਕ। ਲਾਹੌਰ ਤੋਂ, ਪਾਕਿਸਤਾਨ ਤੋਂ ਪੂਨਮ ਸਿੰਘ ਜੀ ਪ੍ਰੀਤ ਲੜੀ ਦੇ ਐਡੀਟਰ ਨੇ। ਇੰਡੀਆ ਤੋਂ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਸ਼ਾਮਲ ਨੇ। ਔਰ ਰੁਪਿੰਦਰ ਰਾਣਾ ਜੀ ਨਾਵਲਿਸਟ ਨੇ, ਇਹ ਵੀ ਚੜ੍ਹਦੇ ਪੰਜਾਬ ਤੋਂ ਅੱਜ ਅਲੀ ਅਰਸ਼ਦ ਮੀਰ ਸਾਹਿਬ ਤੇ ਗੱਲ ਕਰਨ ਲਈ ਸਾਡੇ ਨਾਲ ਸ਼ਾਮਲ ਹੋਏ ਨੇ। ਔਰ ਨਾਲ ਹੀ ਨਾਲ ਅਸੀਂ ਇਹ ਵੀ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਇਹ ਵੀ ਧੰਨਭਾਗੀ ਗੱਲ ਹੈ ਕਿ ਉਹਨਾਂ ਦਾ ਸੁਪੁੱਤਰ ਜਿਹੜਾ ਡਾਕਟਰ ਸਰਮਦ ਅਰਸ਼ਦ, ਉਹ ਵੀ ਸਾਡੇ ਨਾਲ ਮੌਜੂਦ ਨੇ, ਜਿਹਨੇ ਉਹਨਾਂ ਦੇ ਨਾਲ ਜ਼ਿਆਦਾ ਵੇਲਾ ਲੰਘਾਇਆ। ਉਹਨਾਂ ਦੀ ਤਸਵੀਰ ਇਹਦੇ ਚੋਂ ਦਿਸਦੀ ਹੈ, ਇਹਦੀ ਆਵਾਜ਼ ਦੇ ਵਿੱਚੋਂ ਅਲੀ ਅਰਸ਼ਦ ਮੀਰ ਹੋਰਾਂ ਦੀ ਪੂਛ ਸਾਨੂੰ ਸੁਣਾਈ ਦਿੰਦੀ ਹੈ। ਮਾਲਕ ਇਹਨਾਂ ਨੂੰ ਸਲਾਮਤ ਰੱਖੇ। ਜਿਸ ਤਰ੍ਹਾਂ ਆਪਣੇ ਵਾਲਦ ਦਾ ਪੈਗਾਮ ਅੱਗੇ ਲੈ ਕੇ ਟੁਰ ਰਹੇ ਨੇ, ਉਹਨਾਂ ਦੀ ਜਿਹੜੀ ਪੰਜਾਬੀ ਜਿਹੜਾ ਸਾਸਾ ਹੈ ਉਹਨੂੰ ਅਗਲੀ ਨਸਲ ਤੱਕ ਪਹੁੰਚਾ ਰਹੇ ਨੇ, ਉਹਦੇ ਲਈ ਅਸੀਂ ਯਕੀਨਨ ਇਹਨਾਂ ਤੇ ਸਾਨੂੰ ਮਾਣ ਹੈ। ਤੇ ਮੈਂ ਦਰਖਾਸਤ ਕਰਾਂਗਾ ਸਭ ਤੋਂ ਪਹਿਲਾਂ ਰਾਜਾ ਸਾਦਕੁੱਲਾ ਹੋਰਾਂ ਨੂੰ ਕਿ ਅੱਜ ਦੀ ਇਸ ਜਿਹੜੀ ਉਹਨਾਂ ਦੀ ਯਾਦ ਸਾਡਾ ਇਕੱਠ ਹੈ, ਉਸ ਹਵਾਲੇ ਨਾਲ ਕੋਈ ਗੱਲਬਾਤ ਸਾਂਝੀ ਕਰਨ। ਸਾਡੇ ਦੋਸਤ ਮਸੂਦ ਅਹਿਮਦ ਵੀ ਰਲ ਪਏ ਨੇ ਉਕਾੜੇ ਤੋਂ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਮਸੂਦ ਸਾਹਿਬ ਨੇ ਵੀ ਬੜਾ ਵਕਤ ਗੁਜ਼ਾਰਿਆ ਅਲੀ ਅਰਸ਼ਦ ਮੀਰ ਹੋਰਾਂ ਨਾਲ। ਔਰ ਮੇਰੀ ਖਾਹਿਸ਼ ਸੀ ਕਿ ਅੱਜ ਚੁੱਕੇ ਪਹਿਲਾ ਦਿਨ ਜਿਹੜੀ ਅਸੀਂ ਅਲੀ ਅਰਸ਼ਦ ਮੀਰ ਸਾਹਿਬ ਦੇ ਹਵਾਲੇ ਨਾਲ ਤਕਰੀਬਾਤ ਕਰ ਰਹੇ ਹਾਂ, 3 ਦਿਨ ਹੀ ਨੇ। ਔਰ ਕੱਲ ਵੀ ਇਹਦਾ ਪ੍ਰੋਗਰਾਮ ਹੋਏਗਾ, ਕੋਈ ਹੋਰ ਸੱਜਣ ਗੱਲ ਕਰਨਗੇ। ਪਰਸੋਂ ਉਹਨਾਂ ਦੀ ਯਾਦ 'ਚ ਇੱਕ ਮੁਸ਼ਾਇਰਾ ਹੋਏਗਾ, ਜਿਹਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਜਾ ਸਾਦਕੁੱਲਾ ਹੋਰੀ ਸਦਾਰਤ ਕਰਨ, ਕਿਉਂਕਿ ਉਹਨਾਂ ਦੇ ਪੁਰਾਣੇ ਬੇਲੀ ਨੇ ਤੇ ਯਾਦ ਵੀ ਅਲੀ ਅਰਸ਼ਦ ਮੀਰ ਦੀ ਹੈ। ਤੇ ਰਾਜਾ ਸਾਹਿਬ ਅਸੀਂ ਪਰਸੋਂ ਫਿਰ ਜ਼ਹਿਮਤ ਦੇਣੀ ਹੈ ਕਿ ਰਾਜਾ ਸਾਹਿਬ ਕੋਈ ਗੱਲ ਆਪਣੀ ਸਾਂਝੀ ਕਰੋ ਜੀ ਉਹਨਾਂ ਦੇ ਹਵਾਲੇ ਨਾਲ, ਤਾਂ ਕਿ ਅੱਗੇ ਯਾਦਾਂ ਟੋਰ ਰਹੀ ਹੈ। ਪਹਿਲੇ ਤੇ ਮੈਂ ਸਭ ਤੋਂ ਪਹਿਲੇ ਸ਼ੁਕਰੀਆ ਤੁਹਾਡਾ ਕਿ ਤੁਸੀਂ ਅੱਗੇ ਸੱਜਣਾਂ ਨਾਲ, ਦੋਸਤਾਂ ਨਾਲ ਮੁਲਾਕਾਤ ਕਰਾਈ। ਸਲਾਮ ਅਲੈਕੁਮ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਨਮਸਤੇ, ਗੁੱਡ ਆਫਟਰਨੂਨ, ਜੋ ਕਹਿ ਲਈਏ। ਜੁੜਨ ਦੇ ਜਿੰਨੇ ਵੀ ਤਰੀਕੇ ਆ ਨੇ। ਤੇ ਨੇੜੇ ਗੱਲ ਇਹ ਵੇ ਕਿ ਜਿੱਥੋਂ ਤੁਸੀਂ ਵੀ ਬੋਲਦੇ ਹੋ, ਇਹ ਪੂਨਮ ਮੋਸ ਤੋਂ ਨੇੜਿਓਂ ਬੋਲਦੀ ਹੋਈ ਹੈ, ਨਾਲ ਹੀ ਬਹਿ ਜਿੱਥੋਂ ਮੈਂ ਬੋਲਦਾ। ਮੈਂ ਅਗਰ ਅਸੀਂ 20-25 ਕਿਲੋਮੀਟਰ ਦੇ ਦੂਜੇ ਤੋਂ ਹੋਵਾਂਗੇ, ਵੀ ਤੜੀ ਤੇ ਜਿੱਥੇ ਮੈਂ ਜਿੱਥੇ DH 'ਚ ਬੈਠਾ ਹੋਇਆ। ਤੇ ਮੀਰ ਸਾਹਿਬ ਦੇ ਨਾਲ ਇੱਕ ਅਲੱਗ ਦੀ ਜਿਹੜੀ ਹੈ ਵੇ, ਸਾਡੇ ਨਾਲੋਂ ਥੋੜੇ ਜਿਹੇ ਸੀਨੀਅਰ ਸਨ ਅਲੀ ਅਰਸ਼ਦ ਮੀਰ ਸਾਹਿਬ, ਲੇਕਿਨ ਮੀਰ ਸਾਹਿਬ ਦਾ ਨਾਂ ਜਿਹੜਾ ਸੀ, ਚਲੇ ਮੇਰਾ ਮਤਲਬ ਅਸੀਂ
ਵੇਖਿਆ ਤੇ ਉਹ ਖਾਸ ਹਲਕਿਆਂ ਦੇ ਵਿੱਚ ਮੀਰ ਸਾਹਿਬ ਨੂੰ ਬੜੇ ਚੰਗੇ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ ਸੀ। ਜਿਵੇਂ ਮੀਰ ਸਾਹਿਬ ਨੇ ਤੁਸੀਂ ਦੱਸਿਆ ਉਹਦੇ ਲਾਇਨ ਅਸਾਂ ਰੱਜ ਨਾਲ ਗੱਲਾਂ ਕੀਤੀਆਂ। ਮੀਰ ਸਾਹਿਬ ਨੇ ਵਾਕਈ ਬਹੁਤ ਥੋੜਾ ਲਿਖਿਆ, ਬਹੁਤ ਹੀ ਥੋੜਾ ਲਿਖਿਆ ਹੈ। ਉਹਨੇ ਜਿਹੜਾ ਥੋੜਾ ਲਿਖਿਆ ਵੀ ਨੇ ਉਹ ਵੀ ਬਚ ਗਿਆ ਤੇ ਬਾਲਾਂ ਨੇ ਜੋੜ ਲਿਆ, ਇਕੱਠਾ ਕਰ ਲਿਆ। ਉਹ ਆ ਬੜਾ ਬੇਨਿਆਸ ਬੰਦਾ ਸੀ, ਕੋਈ ਪਰਵਾਹ ਨਹੀਂ ਸੀ, ਨਾ ਉਸ ਕਿਤਾਬ ਛਾਪੀ ਨਾ ਕੁਝ ਕੀਤੀ। ਲੈਫਟ ਨਾਲ ਪੱਕੇ ਜੁੜੇ ਸਨ, ਮਜ਼ਦੂਰ ਕਿਸਾਨ ਪਾਰਟੀ ਦੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਉਸ ਤੋਂ ਪਹਿਲੇ ਵੀ ਜਿਹੜੀ ਸੀ ਸਟੂਡੈਂਟ ਪੋਲੀਟਿਕਸ, ਲੇਬਰ ਪੋਲੀਟਿਕਸ ਜਿਹੜੀ ਇੱਥੇ ਦੀ ਹੈ ਸੀ, ਉਹਨਾਂ ਸਾਰਿਆਂ ਨਾਲ ਉਹਨਾਂ ਦਾ ਬੜਾ ਗੂੜਾ ਤਲਕ ਸੀ। ਗੱਲ ਬੜੀ ਠੋਕਵੀਂ ਕਰਨੀ, ਬੜੀ ਕਾਟ ਵਾਲੀ ਗੱਲ ਕਰਨੀ, ਔਰ ਆਰਗੂਮੈਂਟ ਵਿੱਚ ਕੋਈ ਮੀਰ ਸਾਹਿਬ ਕੋਲੋਂ ਜਿੱਤ ਨਹੀਂ ਸੀ ਸਕਦਾ। ਜਿੱਥੇ ਉਹਨਾਂ ਗੱਲ ਕਰਨੀ ਇਸ ਤਰ੍ਹਾਂ ਬੜੀ ਸੋਹਣੀ ਗੱਲ ਇਸ ਤਰ੍ਹਾਂ ਕਰਦੇ ਹੁੰਦੇ ਸਨ, ਕੱਟ ਕੇ ਸਨ ਗੱਲ ਵਿੱਚ। ਮੈਂ ਦੱਸਿਆ ਇਸੇ ਤਰ੍ਹਾਂ ਉਹਨਾਂ ਦੀ ਸ਼ਾਇਰੀ 'ਚ ਵੀ ਕਾਟ ਹੈ ਬੜੀ ਸਾਰੀ। ਤੁਸੀਂ ਉਹਨਾਂ ਦੇ ਇੱਕ ਮਿਸਰਾ ਅਗਰ ਵੇਖੋ, ਉਹ ਬੜਾ ਗੁੰਨ ਕੇ ਬੰਦੇ ਸਨ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਮੈਂ ਕਰ ਜਾਵਾਂ, ਕਿਉਂਕਿ ਮੈਨੂੰ ਯਾਦ ਹੈ ਸਰਮਦ ਬਰਖੁਰਦਾਰ ਬੈਠਾ ਹੋਇਆ, ਜਿਹੜੀਆਂ ਸ਼ਾਇਦ ਸਰਮਦ ਨਾਲ ਤੇ ਮੈਂ ਬਹੁਤ ਵਾਰੀ ਸਾਂਝੀਆਂ ਕੀਤੀਆਂ ਹੋਣਗੀਆਂ, ਕਿਉਂਕਿ ਜਿਸ ਵੇਲੇ ਮੀਰ ਸਾਹਿਬ ਦਾ ਇਹਨੇ ਪਹਿਲਾ ਕੀਤਾ ਸੀ ਤੇ ਉਦੋਂ ਵੀ ਇਹਨੇ ਮੈਨੂੰ ਕਿਹਾ ਜੀ ਕਿ ਤੁਸੀਂ ਆਓ, ਤੇ ਮੈਂ ਸਮਝਦਾ ਸਾਂ। ਔਰ ਮੈਂ ਮੁਸਲਸਲ ਜਾਂਦਾ ਰਿਹਾ ਮੀਰ ਸਾਹਿਬ ਨਾਲ, ਕਿਉਂਕਿ ਮੇਰੀ ਮੀਰ ਸਾਹਿਬ ਨਾਲ ਇੱਕ ਦੋਸਤੀ ਔਰ ਇੱਕ ਇੱਜ਼ਤ ਵੀ ਸੀ, ਔਰ ਉਹਨਾਂ ਦੀ ਉਹਦੇ 'ਚ ਵਜ੍ਹਾ ਮੇਰਾ ਖਿਆਲ ਮੁਹੱਬਤ ਵੀ ਸੀ। ਜਿਸ ਵੇਲੇ ਮੈਂ ਮਾੜਾ ਮਾੜਾ ਲਿਖਣਾ ਸ਼ੁਰੂ ਕੀਤਾ, ਕ੍ਰਿਕਟ ਖੇਡਦਾ ਸਾਂ, ਦੂਜੇ ਕੰਮ ਕਰਦਾ ਸਾਂ, ਦੋ ਚਾਰ ਬੰਦਿਆਂ ਜਿਹਨਾਂ ਹਲਾਸ਼ੇਰੀ ਦਿੱਤੀ, ਜਿਹਨਾਂ ਥਾਪੜਾ ਮਾਰਿਆ, ਉਹਨਾਂ 'ਚੋਂ ਇੱਕ ਅਲੀ ਅਰਸ਼ਦ ਮੀਰ ਸਾਹਿਬ ਸਨ, ਦੂਜਾ ਭਾਰ ਰੰਧਾਵਾ ਸੀ ਫੈਸਲਾਬਾਦ ਵਾਲਾ, ਤੇ ਤੀਸਰਾ ਸ਼ਾਰਬ ਸਾਹਿਬ। ਇਹ ਤਰੇ ਚਾਰ ਬੰਦੇ ਸਨ ਇਹਨਾਂ ਨਾਲ ਜਿਸ ਹੋਇਆ। ਤੇ ਬਾਕੀ ਬਹਿਣ ਖਲੋਣ ਤੇ ਸਾਰੇ ਨਜਮ ਸਾਹਿਬ ਹੋ ਗਿਆ, ਮੁਸ਼ਤਾਕ ਸੂਫੀ ਹੋ ਗਿਆ, ਇਹ ਸਾਰਾ ਹੈ ਹੀ ਸੀ ਸਿਲਸਿਲਾ। ਮੀਰ ਸਾਹਿਬ ਦੀ ਜਿਹੜੀ ਹੈ ਨਾ, ਮੈਨੂੰ ਯਾਦ ਹੈ, ਮੈਂ ਗੱਲ ਦੁਹਰਾਵਾਂਗਾ, ਸ਼ਾਇਦ ਇਹਨੇ ਤੇ ਕੀਤੀਆਂ ਸੁਣੀਆਂ ਹੋਣਗੀਆਂ, ਜ਼ਿਆਦਾ ਲੰਬੀ ਨਹੀਂ ਕਰਾਂਗਾ ਸਰਮਦ ਨੇ। ਲੇਕਿਨ ਜਿਸ ਵੇਲੇ ਇਹ ਕਿਤਾਬ ਛਾਪਣ ਮੁੰਡੇ ਟੁਰੇ ਨਾ ਬਰਖੁਰਦਾਰ ਇਹਨਾਂ ਦੇ, ਤੇ ਮੀਰ ਸਾਹਿਬ ਦਾ ਜਿਹੜਾ ਇਨਕਲਾਬ ਇਕੱਠਾ ਕੀਤਾ, ਉਹ ਇਕੱਠਾ ਕਿੱਥੋਂ ਹੋਇਆ? ਸ਼ਾਇਦ ਮਿਰਜ਼ਾ ਲਾਹੌਰ ਚਿੱਤਰਕਾਰ ਵਾਲੇ, ਉਹਨੇ ਲਾਹੌਰ ਚਿੱਤਰਕਾਰ ਇੱਥੇ ਬਣਾਇਆ ਸੀ, ਸ਼ਾਇਦ ਮਿਰਜ਼ੇ ਨੇ, ਦੋਸਤ ਹੈ ਸਾਡਾ ਅਕਰਮ ਵੀ ਉੱਥੇ ਵੜੈਚ ਵੀ ਸਾਰੇ। ਸ਼ਾਇਦ ਮਿਰਜ਼ੇ ਨੇ ਮੈਨੂੰ ਇੱਕ ਦਿਨ ਆਖਿਆ ਕਿ ਬੰਦਾ ਮੇਰੇ ਸਾਨੂੰ ਕਦੀ ਬੁਲਾ ਦੇਣਾ, ਤੇਰੀ ਬੜੀ ਮਿਹਰਬਾਨੀ। ਮੈਂ ਕਿਹਾ ਕਿਹੜਾ ਬੰਦਾ? ਉਹਨੇ ਕਿਹਾ ਅਲੀ ਅਰਸ਼ਦ ਮੀਰ ਸਾਹਿਬ ਨੂੰ। ਮੈਂ ਕਿਹਾ ਆਪ ਬੁਲਾ ਲੈ। ਉਹਨੇ ਕਿਹਾ ਨਹੀਂ ਤੂੰ ਬੁਲਾ, ਤੇਰੇ ਆਖੇ ਆ ਜਾਣਾ। ਮੈਂ ਕਿਹਾ ਅੱਛਾ। ਮੈਂ ਕਿਹਾ ਨੰਬਰ ਹੈ? ਉਹਨੇ ਕਿਹਾ ਨੰਬਰ ਹੈ। ਮੈਂ ਫੋਨ ਕੀਤਾ, ਜਿਮਖਾਨੇ ਦੇ ਸਾਹਮਣੇ ਉਹਦਾ ਉਸ ਵੇਲੇ ਹੁੰਦਾ ਸੀ ਲਾਹੌਰ ਚਿੱਤਰਕਾਰ ਦਾ। ਮੀਰ ਸਾਹਿਬ ਨਾਲ ਖੈਰ ਮੁਹੱਬਤ ਪਿਆਰ ਹੋਈ, ਜੀ ਮਹਾਰਾਜ ਇੱਧਰ ਉੱਧਰ। ਮੈਂ ਕਿਹਾ ਸਰਕਾਰ ਕਿੱਥੇ ਹੋ? ਮੈਂ ਲਾਹੌਰ ਹੀ ਆ। ਤੇ ਮੈਂ ਕਿਹਾ ਮੁਲਾਕਾਤ? ਉਹਨੇ ਕਿਹਾ ਹੋ ਜਾਂਦੀ ਹੈ। ਮੈਂ ਕਿਹਾ ਕਦੋਂ? ਕਹਿੰਦੇ ਨੇ ਕਦੋਂ? ਮੈਂ ਕਿਹਾ ਹੁਣੇ। ਕਹਿੰਦੇ ਨੇ ਹੁਣੇ? ਮੈਂ ਕਿਹਾ ਆਹੋ, ਤੇ ਢੇਰ ਸਾਰੀ ਸ਼ਾਇਰੀ ਲੈ ਕੇ ਆ ਜਾਓ। ਉਹ ਚੱਕਰ ਕੀ ਸੀ ਕਿ ਉਹ ਰਿਕਾਰਡ ਕਰਨਾ ਚਾਹੁੰਦਾ ਸੀ ਸ਼ਾਇਦ ਮਿਰਜ਼ਾ। ਲਾਹੌਰ ਚਿੱਤਰਕਾਰ ਦੀ ਇੱਕ ਕੈਸੇਟ ਹੈ, ਉਹਦੀ ਕਿਤਾਬ ਵਿੱਚੋਂ ਮੈਂ ਕਹਿੰਦੇ 80 ਸਰਮਦ ਕਨਫਰਮ ਕਰੇਗਾ, 70 ਤੋਂ 80% ਸ਼ਾਇਦ ਸ਼ਾਇਰੀ ਉਸੇ ਕੈਸੇਟ ਵਿੱਚੋਂ ਹੋਵੇ, ਜਾਂ ਸ਼ਾਇਦ ਥੋੜੀ ਹੋਵੇ। ਲੇਕਿਨ ਉਹਨੇ ਕਿਹਾ, ਮੈਂ ਕਿਹਾ ਜੀ ਆ ਜਾਓ। ਖੈਰ ਉਹ ਆ ਗਏ ਤੇ ਉਹ ਰਿਕਾਰਡ ਕਰ ਲਈ ਸ਼ਾਇਦ ਮਿਰਜ਼ੇ ਨੇ ਉਹ ਸ਼ਾਇਰੀ। ਉਹਦੇ 'ਚ ਫੀਤਾ ਬੰਦ ਹੋ ਗਈ, ਅੰਦਰ ਬਹਾ ਕੇ ਚਾਹ ਪੀਤੀ ਤੇ ਉਹ ਘੰਟਾ ਡੇਢ ਘੰਟਾ ਇਹਨਾਂ ਦੀ ਸ਼ਾਇਰੀ ਰਿਕਾਰਡ ਕਰ ਲਈ। ਉਹ ਮੇਰਾ ਖਿਆਲ ਰਿਕਾਰਡਿੰਗ ਔਰ ਕੁਝ ਚੀਜ਼ਾਂ ਬੱਚਿਆਂ ਨੇ ਇਕੱਠੀਆਂ ਕੀਤੀਆਂ ਹੋਣੀਆਂ ਨੇ, ਤੇ ਇੱਕ ਕਥਾ ਦੀ ਵਾਰ ਜਿਹੜੀ ਹੈ 2008 'ਚ 9 'ਚ ਪਤਾ ਨਹੀਂ ਕਦੋਂ ਛਾਪੀ ਨੇ, ਪਰ ਉਦੋਂ ਇਹ ਛਪੀ। ਅੱਛਾ, ਉਹ ਸ਼ਾਇਰੀ ਜਿਹੜੀ ਸੀ ਐਸੀ ਸੀ ਕਿ ਜਿਸਲੇ ਇਹ ਬੱਚੇ ਲੈ ਲੋ ਕੇ ਮੇਰਾ ਖਿਆਲ ਫਿਰੇ, ਤੇ ਇਹਨਾਂ ਨੂੰ ਇੱਕੋ ਬੰਦਿਆਂ ਨੇ ਆਖਿਆ ਕਿ ਯਾਰ ਮੀਰ ਸਾਹਿਬ ਦੀ ਸ਼ਾਇਰੀ ਔਖੀ ਬੜੀ। ਤੇ ਇਹ ਜਾਂਦੇ ਸਨ ਉਹਨਾਂ ਕੋਲ ਜਿਹੜੇ ਉਰਦੂਆਈ ਕਿਸਮ ਦੇ ਸ਼ਾਇਰ ਜਿਹੜੇ ਸਨ, ਉਹ ਜਿਨ੍ਹਾਂ ਦਾ ਇੱਕ ਖਾਸ ਕਿਸਮ ਦਾ ਰੁਝਾਨ ਬਣਿਆ ਹੁੰਦਾ ਹੈ, ਗਜ਼ਲ ਸੁਣੀ ਉਸ ਤਰੀਕੇ ਦਾ। ਉਹ ਇੱਕ ਹੁੰਦਾ ਨਾ ਪਤਲਾ ਕੰਮ, ਉਹ ਮੀਰ ਦਾ ਕੰਮ ਗੂੜਾ ਤੇ ਗਾੜਾ ਪਰ ਐਨੀਵੇ। ਉਹ ਫਿਰ ਇਹ ਜਨਾਬ ਇਹਨਾਂ ਨੇ ਇੱਕ ਸਿਲਸਿਲਾ ਸ਼ੁਰੂ ਕੀਤਾ ਮੀਰ ਸਾਹਿਬ ਦੀ, ਮੇਲਾ ਮਨਾਇਆ, ਉਹ ਬੜਾ ਕਾਮਯਾਬ ਹੋਇਆ, ਲੋਕ ਦੂਰੋਂ ਆਉਂਦੇ ਆਏ। ਔਰ ਜਿਹੜੇ ਕਹਿੰਦੇ ਸਨ ਨਾ ਮੁਸ਼ਕਿਲ ਹੈ, ਦੂਜੇ ਸਾਲ ਮੈਨੂੰ ਯਾਦ ਹੈ ਜਿਸ ਨੇ ਇਹਨਾਂ ਮੇਲਾ ਕੀਤਾ ਤੇ ਬਹੁਤ ਸਾਰੇ ਬੰਦੇ ਉਹ ਗਾ ਵੀ ਰਹੇ ਸਨ, ਨੌਜਵਾਨਾਂ ਵੀ ਪੜ੍ਹੀਆਂ ਆਏ ਤੇ ਆਪ ਸਿਆਣੇ ਸਨ ਮੁੰਡੇ, ਬਾਕੀ ਗਾਇਆ ਵੀ। ਤੇ ਮੈਂ ਉਦੋਂ ਇੱਕ ਫਿਕਰਾ ਕਿਹਾ ਸੀ ਜਿਹੜਾ ਮੈਂ ਹੁਣ ਵੀ ਕਹਾਂਗਾ। ਮੈਂ ਕਿਹਾ ਕਿ ਹੁਣ ਮੈਨੂੰ ਲੱਗਦਾ ਹੈ ਕਿ ਮੀਰ ਦੀ ਲੋਕਾਂ ਨੂੰ ਸਮਝ ਆਉਣ ਲੱਗ ਪਈ ਹੈ, ਕਿਉਂਕਿ ਸ਼ਾਇਰ ਦਾ ਇਹ ਹੁੰਦਾ ਹੈ ਕਿ ਸ਼ਾਇਰ, ਕਿਉਂਕਿ ਮੀਰ ਜਿਹੜਾ ਹੈ ਉਹ ਪੂਰੀ ਤਾਰੀਖ ਜਿਹੜੀ ਸੀ, ਇਤਿਹਾਸ ਪਿਛਲਾ ਉਹਨੂੰ ਸਮਝਦਾ ਸੀ। ਮੈਂ ਇੱਕ ਮਿਸਰਾ ਉਹਦਾ ਮਿਸਰਾ ਕਹਿੰਦਾ,
ਉਹ ਇੱਕ ਕਿਸ ਤਰ੍ਹਾਂ ਉਹਦਾ ਇੱਕ ਲਾਈਨ ਹੈ ਉਹਦੇ ਚ ਕਿ ਅਸੀਂ ਗਾਡੀ ਬਾਣ ਚਤੌੜ ਦੇ। ਹੁਣ ਚਤੌੜ ਵਿੱਚ ਕੀ ਹੋਇਆ, ਕਿਸੇ ਨੂੰ ਪਤਾ ਹੋਵੇ ਤੇ ਉਹਨੂੰ ਗਾਡੀ ਬਾਣ ਚਤੌੜ ਵਾਲਿਆਂ ਦੀ ਗੱਲ ਦੀ ਸਮਝ ਆਣੀ ਹੈ ਨਾ, ਤੇ ਜੇ ਪਤਾ ਹੀ ਨਾ ਹੋਵੇ ਜੀ ਹਾਂ ਸਹੀ ਗੱਲ, ਜਿਹਨੂੰ ਪਤਾ ਹੀ ਨਹੀਂ ਉਹਨੂੰ ਚਤੌੜ ਵੀ ਨਹੀਂ ਸਮਝ ਕੇ ਕਿੱਥੋਂ ਨਿਕਲਿਆ ਲਫ਼ਜ਼ ਹੈ ਕੀ ਹੈ ਜਾਂ ਕੀ ਹੈ, ਜੋ ਵੀ ਬਹਰਲ ਕਹਿਣ ਦਾ ਮਤਲਬ ਹੈ ਵੀ ਕਿ ਉਹ ਮੀਰ ਸਾਹਿਬ ਐਸੇ ਤਰ੍ਹਾਂ ਹੀ ਹੋਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਨਜ਼ਮਾਂ ਦੇ ਵਿੱਚ ਉਹਨਾਂ ਦੇ ਜਿਹੜਾ ਰੰਗ ਹੈ ਉਹ ਐਸਾ ਗੂੜਾ ਸੀ। ਉਹ ਕਹਿੰਦਾ ਹੁੰਦਾ ਇੱਕ ਦੋਸਤ ਸਾਡਾ ਕਿ ਉਹ ਕੱਚਾ ਕੰਮ ਨਹੀਂ, ਪੱਕਾ ਕੰਮ ਸੀ, ਕੰਮ ਪੱਕਾ ਗੂੜਾ, ਉਹ ਕਿਸੇ ਦਾ ਕੰਮ ਹੈ। ਤੇ ਉਹਦੇ ਵਿੱਚ ਉਹ ਜਿਹੜੀ ਹੈ ਗ੍ਰੈਜੂਅਲੀ ਵਕਤ ਦੇ ਨਾਲ ਨਾਲ ਲੋਕਾਂ ਨੂੰ ਜ਼ਿਆਦਾ ਔਖਣਾ ਸ਼ੁਰੂ ਹੋ ਜਾਂਦਾ ਇਹੋ ਜਿਹਾ ਕੰਮ ਜਿਹੜਾ ਲਿਖਿਆ ਥੋੜਾ ਹੋਇਆ ਔਰ ਪੱਕਾ ਲਿਖਿਆ ਹੋਇਆ। ਉਹ ਪੱਕੇ ਲਿਖਣ ਦੀ ਵਜ੍ਹਾ ਸੇ ਹੁਣ ਆਮ ਜਾਂ ਵੀ ਹੁੰਦਾ ਪਿਆ ਤੇ ਲੋਕਾਂ ਨੂੰ ਹੁਣ ਉਹਦੀ ਜ਼ਿਆਦਾ ਸਮਝ ਵੀ ਆਉਣ ਲੱਗ ਪਈ ਹੈ, ਗੱਲ ਵੀ ਕਰਨ ਲੱਗ ਪਏ ਨੇ। ਉਹ ਮਤਲਬ ਮੈਂ ਸਮਝਣਾ ਕਿ ਮੀਰ ਸਾਹਿਬ ਦੇ ਅਜੇ ਵੀ ਉਹਨਾਂ ਦਾ ਹੱਕ ਪੂਰਾ ਨਹੀਂ ਹੋਇਆ। ਸ਼ਾਇਰ ਦਾ ਜਿਹੜਾ ਹੱਕ ਹੁੰਦਾ ਨਾ ਕਿ ਉਹਨੂੰ ਉਹਦੀ ਪਛਾਣ ਦਾ ਜਾਂ ਕੁਝ ਦਾ ਨਹੀਂ ਹੋਇਆ। ਇਹ ਬਹੁਤ ਸਾਰੇ ਦੋਸਤ ਉੱਥੇ ਆਉਂਦੇ ਨੇ, ਗੱਲ ਕਰਦੇ ਨੇ ਆ ਕੇ। ਬਹਰਹਾਲ ਮੀਰ ਇਸ ਤਰ੍ਹਾਂ ਦਾ ਪੰਜਾਬੀ ਦਾ ਇੱਕ ਐਸਾ ਸ਼ਾਇਰ ਹੈ ਜਿਹੜਾ ਆਪਣੇ ਰੰਗ 'ਚ ਸੀ। ਹੋਰ ਵੀ ਬੰਦੇ ਲਿਖਦੇ ਨਾ ਪਏ ਤੇ ਮੀਰ ਦਾ ਇਹ ਕਮਾਲ ਹੈ ਕਿ ਉਹਨੇ ਆਪਣਾ ਰੰਗ ਫੜਿਆ ਹੈ ਔਰ ਉਸ ਰੰਗ 'ਚ ਐਸਾ ਰਿਹਾ। ਅਜਮ ਹੁਸੈਨ ਸੈਯਦ ਵੀ ਹੈ, ਮੁਸ਼ਤਾਕ ਸੂਫੀ ਵੀ, ਦੂਜੇ ਵੀ, ਮੈਂ ਨਾਮ ਮਜ਼ਹਬ ਹੈ, ਫਿਮਜ਼ੀ ਹੈ, ਦੂਜੇ ਨੇ ਸਾਰੇ ਆਪਣਾ ਆਪਣਾ ਹਿਸਾਬ ਪਾਉਂਦੇ ਨੇ। ਇਹਦੇ ਵਿੱਚ ਆਪਣੀ ਥਾਂ ਬਣਾ ਕੇ ਆਪਣਾ ਰੰਗ ਫੜਨਾ ਔਰ ਰੰਗ ਫੜ ਕੇ ਫਿਰ ਉਹਦੇ ਨਾਲ ਜੁੜਿਆ ਔਰ ਜੁੜਿਆ ਸੀ। ਉਹ ਇੰਝ ਲੱਗਦਾ ਹੈ ਜਿਵੇਂ ਉਹ ਸ਼ਾਇਰੀ ਬਹੁਤ ਸਾਰੀ ਥਾਂ ਕਿਧਰੇ ਉਹ ਪੁੱਲ ਜਿਹਾ ਬਣਿਆ ਪਿਛਲੇ ਤੇ ਨਵੇਂ ਸੀ। ਪਿਛਲੀ ਸ਼ਾਇਰੀ ਦਾ ਜਿਹੜਾ ਅੰਗ ਸੀ ਔਰ ਨਵੇਂ ਅੰਗ ਸੀ ਉਹਦੇ ਨਾਲ ਜੁੜਿਆ ਵੀ ਸੀ। ਸੋ ਇਸ ਵਾਸਤੇ ਮੀਰ ਨੂੰ ਮਤਲਬ ਇੱਕ ਕਾਬਲੇ ਜ਼ਿਕਰ, ਮੈਨੂੰ ਭਿੰਦਰ ਬੀਬੀ ਵੀ ਕਹਿੰਦੀ ਸੀ ਕਿ ਤੁਸੀਂ ਉਰਦੂ ਕਾਬਲੇ ਜ਼ਿਕਰ ਪਤਾ ਨਹੀਂ ਇਹਨੂੰ ਕੀ ਕਹੀਦਾ, ਉਹਨਾਂ ਨੂੰ ਦੱਸੇਗੀ ਇਹ ਮਤਲਬ ਦੱਸਣ ਚੋਂ। ਤੇ ਉਹ ਜਿਹੜੀ ਗੱਲ ਹੈ ਨਾ ਉਹ ਇੱਕ ਇੰਪੋਰਟੈਂਟ ਪੁਆਇੰਟ ਹੈ। ਥੋੜਾ ਲਿਖਣ ਦੇ ਬਾਵਜੂਦ ਇੱਕ ਕਿਤਾਬ ਕਥਾ ਦੀ ਵਾਰ ਇੰਪੋਰਟੈਂਟ ਪੁਆਇੰਟ ਹੈ। 12 ਕਿਤਾਬਾਂ ਵਾਲੇ ਵੀ ਨੇ, 6 ਕਿਤਾਬਾਂ ਵਾਲੇ ਵੀ ਨੇ, 60 ਕਿਤਾਬਾਂ ਵਾਲੇ ਵੀ ਨੇ। ਲੇਕਿਨ ਇੱਕ ਕਿਤਾਬ ਲਿਖ ਕੇ ਵੀ ਬੰਦਾ ਐਸਾ ਹੋਵੇ ਕਿ ਉਹ ਕਿਸੇ ਦੇ ਬੰਦੇ ਨਾ ਫਿਰ ਪਤਾ ਲੱਗੇ ਕਿ ਨਹੀਂ ਇਹ ਵੀ ਸ਼ਾਇਰ ਹੈ ਔਰ ਇਸ ਸਾਡੀ ਪੀੜ੍ਹੀ ਦੇ ਵਿੱਚ ਇੱਕ ਨੁਮਾਇੰਦਾ ਸ਼ਾਇਰ ਹੈ। ਮੈਂ ਗੱਲ ਹੋਰ ਕਿਸੇ ਨੂੰ ਵੀ ਕਰੇ ਸਾਰੀਆਂ ਮਾਈਂਡ ਨਾਲ ਕਰੀ ਜਾਵਾਂ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਉਹਨਾਂ ਦਾ ਜਿਹੜਾ ਹੱਕ ਹੈ ਜੇ ਅਦਾ ਨਹੀਂ ਹੋਇਆ, ਇਸੇ ਲਈ ਅਸੀਂ ਅੱਜ ਦਾ ਜਿਹੜਾ ਮੰਚ ਨਵੀਂ ਪੀੜ੍ਹੀ ਤੱਕ ਪੜ੍ਹਾ ਰਹੇ ਹਾਂ ਕਿ ਸੋਸ਼ਲ ਮੀਡੀਆ 'ਤੇ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ 'ਚ ਜ਼ਿਆਦਾ ਨੌਜਵਾਨ ਨੇ ਉਹਨਾਂ ਤੱਕ ਮੀਰ ਸਾਹਿਬ ਦਾ ਪੈਗਾਮ ਪਹੁੰਚੇ, ਜਿਹੜਾ ਇਨਸਾਨੀਅਤ ਦਾ ਪੈਗਾਮ ਹੈ। ਔਰ ਤੁਸੀਂ ਯਕੀਨਨ ਸਾਡੀ ਅਹਿਸਾਸਾਂ ਉਹ ਜਿੰਨਾ ਉਹਨਾਂ ਵਕਤ ਗੁਜ਼ਾਰਿਆ ਔਰ ਪੂਰਨ ਜੀ ਚੁੱਕੇ ਡਰਾਈਵ ਕਰ ਰਹੇ ਨੇ, ਉਹਨਾਂ ਦੇ ਕੋਈ ਸਿਗਨਲ ਥੋੜਾ ਮਸਲਾ ਆ ਰਿਹਾ। ਅਸੀਂ ਚਾਹਾਂਗੇ ਕਿ ਜਦੋਂ ਵੀ ਉਹ ਬਹਾਲ ਹੋਵੇ ਉਹਨਾਂ ਨਾਲ ਵੀ ਗੱਲਬਾਤ ਕਰੀਏ। ਤੇ ਮੈਂ ਚਾਹਾਂਗਾ ਉਹਨਾਂ ਰੁਪਿੰਦਰ ਰਾਣਾ ਦੀ ਜਿਹੜੇ ਕਿ ਨਾਵਲਿਸਟ ਨੇ ਔਰ ਉਹਨਾਂ ਦੇ ਮਜ਼ਮੂਨ ਵੀ ਇਹਨਾਂ ਦਾ ਛਪਿਆ ਸੀ ਤੇ ਉਹ ਜ਼ਰੂਰ ਉਹਨਾਂ ਬਾਰੇ ਕੁਝ ਵਿਚਾਰ ਆਪਣੇ ਸਾਂਝੇ ਕਰਨ। ਹਾਂਜੀ ਸਰ, ਬਿਲਕੁਲ। ਜਦੋਂ ਇਹਨਾਂ ਦੀ ਇੱਕ ਬੁੱਕ ਆਈ ਸੀ ਇੱਕ ਕਥਾ ਦੀ ਵਾਰ, ਤਾਂ ਉਹ ਮੈਨੂੰ ਭੇਜੀ ਸੀ ਤਨਵਰ ਸਾਹਿਬ ਨੇ। ਤੇ ਜਦੋਂ ਮੈਂ ਬੁੱਕ ਪੜ੍ਹੀ ਤਾਂ ਪਹਿਲੀ ਪੜ੍ਹਤ ਜਿਹੜੀ ਸੀਗੀ ਉਹ ਇਸ ਤਰ੍ਹਾਂ ਸੀਗੀ ਵੀ ਇਹ ਬੰਨ ਕੇ ਕੋਲੇ ਬਿਠਾ ਲੈਂਦੀ ਆ ਆਪਾਂ ਨੂੰ। ਤਾਂ ਮੈਨੂੰ ਜਿਸ ਤਰ੍ਹਾਂ ਕਹਿੰਦੇ ਸੀਗੇ ਵੀ ਥੋੜੀ ਔਖੀ ਸ਼ਾਇਰੀ ਆ, ਔਖੀ ਤਾਂ ਸੀਗੀ ਪਰ ਉਹਦੇ ਵਿੱਚ ਇੱਕ ਰਵਾਨਗੀ ਸੀਗੀ। ਮਤਲਬ ਏਦਾਂ ਲੱਗਦਾ ਸੀ ਵੀ ਜਿਵੇਂ ਬਹੁਤ ਕੁਛ ਨਾ ਮੂੰਹ ਜ਼ਬਾਨੀ ਯਾਦ ਹੋ ਸਕਣ ਵਾਲਾ ਹੈਗਾ। ਤਾਂ ਫਿਰ ਜਦੋਂ ਮੈਂ ਇਹਨਾਂ ਨੂੰ ਬਹੁਤ ਡੂੰਘਾਈ ਦੇ ਨਾਲ ਅਧਿਐਨ ਸ਼ੁਰੂ ਕੀਤਾ, ਵੀ ਜਿਸ ਤਰ੍ਹਾਂ ਸਾਡੇ ਕਹਿੰਦੇ ਹੁੰਦੇ ਆ ਕਿ ਪਾਠ ਰੱਖ ਕੇ ਬੈਠ ਜਾਣਾ ਵੀ ਮੈਂ ਇਹਨੂੰ ਅਧਿਐਨ ਕਰਨਾ ਹੀ ਕਰਨਾ ਹੈਗਾ, ਤਾਂ ਫਿਰ ਮੈਨੂੰ ਉਹਨਾਂ ਦੀ ਜਿਹੜੀਆਂ ਗੁੱਝੀਆਂ ਰਮਜ਼ਾਂ ਸੀਗੀਆਂ ਜਿਹੜੀਆਂ ਉਹ ਮੈਨੂੰ ਪਤਾ ਲੱਗਣੀਆਂ ਸ਼ੁਰੂ ਹੋਈਆਂ। ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਉਹ ਸ਼ਾਇਰ ਆ ਜਿਹੜਾ ਸਮੇਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦਾ ਹੈਗਾ। ਕਿਉਂਕਿ ਸਮੇਂ ਨੂੰ ਬਿਆਨ ਕਰਨਾ ਹਰੇਕ ਦੇ ਵੱਸ 'ਚ ਨਹੀਂ ਹੁੰਦਾ ਗਾ। ਸਮੇਂ ਨੂੰ ਉਹਨੂੰ ਸਮਝਾਉਣਾ, ਉਹਨੂੰ ਲਲਕਾਰਨਾ, ਇਹ ਸਾਰਾ ਕੁਛ ਅਰਸ਼ਦ ਮੀਰ ਹੋਰਾਂ ਦੇ ਹਿੱਸੇ ਵਿੱਚ ਆਇਆ ਹੈਗਾ। ਕਿਉਂਕਿ ਉਹ ਜਿਸ ਤਰ੍ਹਾਂ ਲੈਫਟ ਦੇ ਨਾਲ ਜੁੜੇ ਹੋਏ ਸੀਗੇ ਔਰ ਉਹਨਾਂ ਨੇ ਉਸ ਸਮੇਂ ਦੇ ਜਿਹੜੇ ਹਾਕਮ ਹੈਗੇ ਸੀਗੇ ਉਹਨਾਂ ਦੇ ਖਿਲਾਫ ਵੀ ਲਿਖਿਆ, ਇੱਥੋਂ ਤੱਕ ਕਿ ਨਾਮ ਲੈ ਕੇ ਉਹਨਾਂ ਨੂੰ ਜਿਹੜੀ ਲਲਕਾਰ ਉਹਨਾਂ ਨੇ ਪਾਈ ਸੀਗੀ, ਹਨਾ। ਤੇ ਮੈਨੂੰ ਲੱਗਿਆ ਕਿ ਉਹ ਇੱਕ ਬਹੁਤ ਹੀ ਇਨਕਲਾਬੀ ਯੋਧਾ ਹੈ
ਜਿਨ੍ਹਾਂ ਦੀ ਸ਼ਾਇਰੀ ਵਿੱਚ ਬੜੀ ਤਲਖੀ ਆ, ਪਰ ਉਹ ਜਿਹੜੀ ਤਲਖੀ ਹੈਗੀ ਆ ਔਰ ਉਹਦੇ ਵਿੱਚ ਇੱਕ ਸੀਨ ਨੂੰ ਕ੍ਰੀਏਟ ਕਰਨ ਦੀ ਸ਼ਕਤੀ ਵੀ ਹੈਗੀ ਆ। ਮਤਲਬ ਉਹਨਾਂ ਦੀ ਇੱਕ ਨਜ਼ਮ ਸੀਗੀ ਮਾਰੂ ਬੱਚਿਆ। ਜਿਸ ਤਰ੍ਹਾਂ ਇੱਕ ਮਾਰੂਥਲ ਦਾ ਕੋਈ ਹੈਗਾ, ਉਹ ਮਾਈਗ੍ਰੇਟ ਕਰਨ ਤੋਂ ਬਾਅਦ ਸ਼ਹਿਰ ਵਿੱਚ ਜਾਂਦਾ ਹੈਗਾ, ਤੇ ਉਹ ਉੱਥੋਂ ਦੀ ਸ਼ਹਿਰੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ ਲਈ ਉਹ ਇੱਕ ਨਵੀਂ ਗੱਲ ਹੁੰਦੀ ਆ, ਤੇ ਉਹਦੇ ਬਾਰੇ ਵਿੱਚ ਉਹ ਕਿਸ ਤਰ੍ਹਾਂ ਲਿਖਦੇ ਹੈਗੇ ਆ। ਜਿਵੇਂ ਇੱਕ ਥਾਂ ਤੇ ਉਹਨਾਂ ਨੇ ਲਿਖਿਆ ਸੀਗਾ ਵੀ ਮਾਰੂ ਬੱਚਿਆ ਕਿਹੜੇ ਸ਼ਹਿਰ ਚ ਆ ਗਏ ਹਾਂ, ਜਿੱਥੇ ਲੋਹਾ ਚੱਟੇ ਤੇਲ, ਪੈਰ ਉੱਡ ਵਾਹ ਤੇ ਚੜ੍ਹਦੇ। ਹੁਣ ਦੇਖੋ ਇਹ ਨਿੱਕਾ ਜਿਹਾ ਇੱਕ ਨਿੱਕੀ ਜਿਹੀਆਂ ਜਾਣੀ 4 ਲਾਈਨਾਂ ਜਿਹੜੀਆਂ ਹੈਗੀਆਂ, ਇਹਦੇ ਵਿੱਚ ਇੱਕ ਕਿੰਨਾ ਵੱਡਾ ਉਹਨਾਂ ਨੇ ਦ੍ਰਿਸ਼ ਆ ਜਿਹੜਾ ਉਹ ਕੈਦ ਕੀਤਾ ਹੋਇਆ ਹੈਗਾ। ਵੀ ਲੋਹਾ ਚੱਟੇ ਤੇਲ, ਮਤਲਬ ਉਹ ਜਿਹੜੇ ਵਹੀਕਲ ਹੈਗੇ ਆ ਤੇਲ ਦੇ ਉੱਪਰ ਚੱਲਦੇ ਆ, ਉਹਨਾਂ ਦੀ ਗੱਲ ਕਰਦੇ ਹੈਗੇ ਆ। ਪਰ ਉਹ ਇੱਕ ਨਿੱਕੇ ਜਿਹੇ ਦ੍ਰਿਸ਼ ਦੇ ਵਿੱਚ, ਇੱਕ ਨਿੱਕੇ ਜਿਹੇ ਬਿੰਬ ਦੇ ਵਿੱਚ ਕਿੱਡੀ ਵੱਡੀ ਮਤਲਬ ਗੱਲ ਕਰਦੇ ਆ। ਵੀ ਇੱਕ ਜਿਹੜਾ ਮਨੁੱਖ ਹੈਗਾ ਜਦੋਂ ਉਹਦਾ ਸ਼ਹਿਰੀਕਰਨ ਹੋਇਆ, ਜਦੋਂ ਉਹ ਪਿੰਡਾਂ ਤੋਂ ਉਹਦਾ ਵਾਸਤਾ ਜਿਹੜਾ ਸੀਗਾ ਜਾਂ ਉੱਥੇ ਰਿਜ਼ਕ ਘਟ ਗਿਆ ਸੀਗਾ, ਸ਼ਹਿਰ ਚ ਆਇਆ ਤਾਂ ਸ਼ਹਿਰੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੀ ਤਸਵੀਰ ਉਹਨਾਂ ਨੇ ਬਾਖੂਬੀ ਖਿੱਚੀ ਹੈਗੀ ਆ। ਫਿਰ ਉਹ ਗਾਂ ਅੱਗੇ ਲਿਖਦੇ ਹੈਗੇ ਆ, ਇਸੇ ਨਜ਼ਮ ਚ ਲਿਖਦੇ ਹੈਗੇ ਆ ਵੀ ਅਜਬ ਮਕਾਨ ਨੇ, ਛੱਤ ਨਹੀਂ ਕਿਸੇ ਮਕਾਨ ਦੀ, ਪੈਰਾਂ ਹੇਠ ਜ਼ਮੀਨ ਕੋਈ ਨਹੀਂ, ਨਾ ਕੋਈ ਸ਼ਕਲ ਆਸਾਨ ਦੀ। ਮਤਲਬ ਦੇਖੋ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੇ ਪਿੰਡਾਂ ਤੋਂ ਮਾਈਗ੍ਰੇਟ ਕਰਕੇ ਨੌਜਵਾਨ ਜਾਂ ਜੋ ਵੀ ਆਪਣੀ ਰਿਜ਼ਕ ਦੀ ਖਾਤਰ ਆਉਂਦੇ ਆ, ਉਹਨਾਂ ਲਈ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਨਾ ਸਿਰ ਤੇ ਛਾਤਾਂ, ਨਾ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਆ। ਮਤਲਬ ਕਿੰਨੀ ਵੱਡੀ ਤਰਾਸਦੀ ਨੂੰ ਉਹ ਬਿਆਨ ਕਰਦੇ ਹੈਗੇ ਆ। ਔਰ ਇਹ ਮੈਨੂੰ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਸ਼ਾਇਰੀ 'ਚ ਜਿਹੜੀਆਂ ਗੱਲਾਂ ਸੀ, ਜਦੋਂ ਮੈਂ ਪੜ੍ਹੀਆਂ, ਉਹਨਾਂ ਨੂੰ ਵਾਚੀਆਂ, ਤਾਂ ਮੈਨੂੰ ਲੱਗਿਆ ਵੀ ਵਾਕਈ ਉਹਨਾਂ ਨੂੰ ਪੰਜਾਬ ਦਾ ਹੋਮਰ ਕਿਹਾ ਜਾਂਦਾ, ਤੇ ਉਹ ਸੱਚਮੁੱਚ ਹੀ ਪੰਜਾਬ ਦੇ ਹੋਮਰ ਹੈਗੇ ਆ। ਹਾਂਜੀ, ਕਿਉਂਕਿ ਉਹਨਾਂ ਨੇ ਮੈਨੂੰ ਉਹਨਾਂ ਦੀ, ਮੈਂ ਹਾਲਾਂਕਿ ਉਹਨਾਂ ਨੂੰ ਨਹੀਂ ਜਾਣਦੀ, ਮੈਂ ਉਹਨਾਂ ਨੂੰ ਉਹਨਾਂ ਦੀ ਸ਼ਾਇਰੀ ਦੇ ਵਿੱਚੋਂ ਦੇਖਿਆ, ਪਰ ਮੈਨੂੰ ਲੱਗਿਆ ਕਿ ਉਹ ਬਹੁਤ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਇਨਸਾਨ ਸੀਗਾ, ਜਿਹੜੇ ਮਤਲਬ ਖੇਤਾਂ ਵਿੱਚ ਵੀ ਕੰਮ ਕਰਨ ਵਾਲਿਆਂ ਨੂੰ ਇੰਨੀ ਚੰਗੀ ਤਰੀਕੇ ਦੇ ਨਾਲ ਉਹ ਬਿਆਨ ਕਰ ਸਕਦੇ ਆ। ਉਹਨਾਂ ਦੀ ਇੱਕ ਨਜ਼ਮ ਮੈਨੂੰ ਯਾਦ ਆ ਰਹੀ ਹੈਗੀ ਆ, ਉਹ ਕਹਿੰਦੇ ਆ ਡਾਂਗਾ ਪਕੜ ਪਕਾਵਾਂ ਕਣਕਾਂ, ਡਾਂਗਾ ਪਕੜ ਪਕਾਵਾਂ ਕਣਕਾਂ, ਰੱਤ ਬਣੀਆਂ ਤੇ ਗੱਡਾਂ, ਹਰਦਮ ਧੁੱਪ ਬਹਾਰ ਥੀ ਵਸੇ, ਕਣਕ ਖਿੜੇ ਹੱਥ ਕੱਢਾਂ। ਮਤਲਬ ਜਦੋਂ ਸਾਰਾ ਕੁਝ ਉਗਾਉਂਦਾ, ਕਣਕਾਂ ਵੀ ਉਗਾ ਲੈਂਦਾ, ਖਿੜ ਪੈਂਦੀਆਂ, ਫਿਰ ਵੀ ਉਸਨੂੰ ਉਹਨਾਂ ਦੇ ਅੱਗੇ ਹੱਥ ਅੱਡ ਕੇ ਆਪਣੀ ਕੀਤੀ ਮਿਹਨਤ ਦੇ ਵਿੱਚੋਂ ਮੰਗਣਾ ਪੈਂਦਾ ਹੈਗਾ। ਤੇ ਜਿਹਨੂੰ ਉਹ ਮਿਹਨਤ ਕਸ਼ ਜਿਹੜੇ ਤਬਕੇ ਦੇ ਲੋਕ ਹੈਗੇ ਆ, ਉਹਨਾਂ ਦੀ ਤਰਾਸਦੀ ਆ ਜਿਹਨੂੰ ਉਹਨਾਂ ਨੇ ਬਿਆਨ ਕੀਤਾ ਹੈਗਾ। ਤਾਂ ਮੈਨੂੰ ਲੱਗਿਆ ਵੀ ਇਹ ਸਾਰਾ ਜਿਹੜਾ ਬਿਆਨ ਕਰਨ ਦੀ ਸ਼ਕਤੀ ਹੈਗੀ ਆ, ਇਹ ਉੱਥੇ ਹੀ ਆ ਸਕਦੀ ਆ ਜਿੱਥੇ ਕੋਈ ਕਵੀ ਆ ਜਿਹੜਾ ਉਹ ਗ੍ਰਾਸ ਰੂਟ ਲੈਵਲ, ਮਤਲਬ ਜਮਾ ਹੇਠਲੇ ਦਰਜੇ ਤੇ ਜਾ ਕੇ ਲੋਕਾਂ ਦੇ ਜਿਹੜੇ ਦੁੱਖ ਦਰਦ ਆ ਉਹਨੂੰ ਚਿੱਤਰਦਾ। ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਕਵੀ ਜਾਂ ਸ਼ਾਇਰ ਹੁੰਦਾ, ਉਹ ਜਿਹੜੀ ਧਿਰ ਬਾਰੇ ਗੱਲ ਕਰ ਰਿਹਾ, ਉਹਦਾ ਇੱਕ ਇਹੋ ਜਿਹਾ ਵਕੀਲ ਹੋਣਾ ਚਾਹੀਦਾ ਜਿਹੜਾ ਆਪਣੀ ਧਿਰ ਨੂੰ ਇਨਸਾਫ ਦਿਵਾ ਸਕੇ। ਤਾਂ ਉਹਨਾਂ ਨੇ ਜਿਹੜੇ ਲੈਫਟ ਦੇ ਵਿੱਚ ਜਾ ਕੇ ਜਿਹੜੇ ਮਿਹਨਤ ਕਸ਼ ਤਬਕੇ ਦੀ ਗੱਲ ਕੀਤੀ ਹੈਗੀ ਆ, ਔਰ ਉਹ ਗੱਲ ਇੰਨੀ ਪ੍ਰਭਾਵਸ਼ਾਲੀ ਕੀਤੀ ਹੈਗੀ ਆ ਕਿ ਉਹਨਾਂ ਨੂੰ ਬਿਲਕੁਲ ਮਤਲਬ ਪੂਰਾ ਇਨਸਾਫ ਦਿਵਾਇਆ, ਔਰ ਉਹਨਾਂ ਦਾ ਜਿਹੜਾ ਮਤਲਬ ਰੋਸ ਸੀਗਾ ਉਹਨੂੰ ਵੀ ਦਰਸਾਇਆ, ਉਹਨਾਂ ਦੇ ਨਾਲ ਖੜ ਕੇ ਉਹਨਾਂ ਦੀ ਗੱਲ ਵੀ ਕੀਤੀ ਆ। ਮੈਨੂੰ ਉਹਨਾਂ ਦੀ ਸ਼ਾਇਰੀ ਦਾ ਇਹ ਰੰਗ ਆ ਜਿਹੜਾ ਸਭ ਤੋਂ ਜ਼ਿਆਦਾ ਚੰਗਾ ਲੱਗਦਾ। ਜੀ ਆਪਾਂ ਪੂਨਮ ਸਿੰਘ ਜੀ ਨੂੰ ਚਾਹਾਂਗਾ ਕਿ ਉਹ ਕੋਈ ਗੱਲ ਕਰਨ, ਇੱਕ ਵੀਰਾਂ ਦੇ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨ। ਉਹਨਾਂ ਦਾ ਸ਼ੁਕਰੀਆ। ਸ਼ਾਇਦ ਉਹਨਾਂ ਨੂੰ ਆਵਾਜ਼ ਨਹੀਂ ਜਾ ਰਹੀ, ਤੇ ਮੈਂ ਚਾਹਾਂਗਾ ਕਿ ਸਰਮਦ ਫਰੋਵਰ ਸ਼ਦਰੀ ਸਾਡੇ ਨਾਲ ਆਪਣੇ ਵਾਲਦ ਦੀਆਂ ਕੋਈ ਯਾਦਾਂ ਸਾਂਝੀਆਂ ਕਰਨ, ਕੋਈ ਗੱਲਬਾਤ, ਤੇ ਜਿੰਦੇ ਤੱਕ ਪੂਨਮ ਹੋਰਾਂ ਦਾ ਕੋਈ ਨੈਟਵਰਕ ਬਿਹਤਰ ਹੋ ਜਾਏ। जी बहुत शुक्रिया आज़म मलिक साहब। मैं थोड़े पंजाबी का फोरम का बड़ा मशहूर हाँ कि जिन्होंने अपने लिखारियां अपने अदीबां जी लड़ी तुसी शुरू की है, मैं देख रहा हूँ थोड़े प्रोग्राम
बड़े उमदा बड़े शानदार अपनी लैंग्वेज प्रमोशन के हवाले नाल पेशे के एतबार नाल मैं भी अपने वालिद की तरह एक प्रोफैसर हाँ। मैं हरबिंदर राणा होरां दा बड़ा मशहूर हाँ, मैडम पूनम सिंह होरां दा और मसूद साहब होरां दा, राजा सादकुल्ला होरां दा, जिथे ताई मैं शायरी के हवाले नाल कुछ मैं, क्योंकि मैं बाय प्रोफैशन एक PhD डॉक्टर है बायोटेक्नोलॉजी का, मगर जो साइंटिफिक ओपीनियन जो कॉन्शियस एफर्ट मैं मीर साहब की शायरी च देखी है वो मैं जिक्र जरूर करांगा। तहय्युर या हैरानी जिहड़ी है वो बड़ी मुनफत चीज़ है, वो बंदे नूं उकसांदी है। लाशऊर दियां बथेरियां ऐसी शैवां ने जिहड़ियां तुहाडे एक न्यूरोटिक गेट ते क्लिक करदियां ने ते तुहाडे शाऊर दा हिस्सा बनदियां जांदियां। मगर बहुत औखे वो लोग होंदे ने जिहड़े लाशऊर दी इहो जेही अजकल दे दौर च तां खास कर जिथे इन्फॉर्मेशन दा हब होवे और उन्होंने नथार के उदा कोई मैसेज बना के कॉन्शियसली उन्होंने परोण की एबिलिटी रखन बहुत घट लोग ऐसे मैं देखे है। ज़्यादातर और पंजाबी दे अंदर बिलाशुबा क्योंकि एक बहुत बड़ा साढ़े कोल जैसे माजी च जाइए तो बहुत बड़े बड़े हवाले मौजूद ने पंजाबी दे ते नवेकले डिक्शन नाल आना और भरपूर कॉन्शियस एफर्ट दे नाल आना ये एक बड़ा बिग टास्क सी। मैं जिन्ना पंजाबी नूं पढ़िया जिन्ना देखिया ते मैं इत्थे दी माइथोलॉजी नूं इत्थे दे कल्चर नूं चाहे वो दड़ावड़ियां दा है बिलाशुबा वो दड़ावड़ी कल्चर नूं ओन करन वाले बंदे और उत्थों लफ्ज़ नूं लभ के लियाना और हिस्टोरिकल तहकीकी बुनियादां ते बड़े घट बंदे मेरी उंगलां ते मैं गिण सकना उन्हां बंदियां नूं जिहड़े इस हवाले नाल है ने। सो मेरा ये मानना है कि मीर साहब दे हाँ तहय्युर और कॉन्शियस एफर्ट और डाइवर्सिटी जिहड़ी लैंग्वेज प्रमोशन के हवाले नाल है वो बहुत बहुतात च पाई जाती है। जिस तरह हरविंदर राणा होरां ने गल की थी मारू बच्चिया के हवाले नाल, वो गुलगामिश का भी एक सफ़र सी अपना और उन्हें उस बाग अदन के अंदर वो देख रहा है वो कोई हीरे देख रहा है, मगर मीर एक डिफरेंट सिविलाइजेशन के हवाले नाल ये भी गल कर रहा है जिहदी सियासी शाऊर वाला बंदा भी है। यानी कि वो भी गल कर रहे हैं कि भाई साढ़े हाँ ये बत्तियां जड़ियां लाल कोई लाल गुलाल वाले सारी सड़क नूं खंभ लग गए असां फर्श ते पैर मले मारू बच्चिया। साढ़े कल्चर दे अंदर जिस खिते तो बावल नगर तो वाकई उन्हां दा ताल्लुक सी शायद उत्ते हजे ताईं इन्हां बत्तियां दा कोई रिवाज नहीं ते जदों लाहौर उंगल फड़ के मैनूं छड्डण आए ने ते वो तहजीबां दा जिहड़ा पूरा सफ़र है ਉਹਦੇ ਚ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਮੈਂ ਨਜ਼ਮ ਵੀ ਤੁਹਾਡੇ ਨਾਲ ਸਾਂਝ ਕਰਦਾ ਕਿ ਮਾਰੂ ਬੱਚਿਆ ਇਸ ਹਵਾਲੇ ਨਾਲ ਦੇਖਿਆ ਜਾਏ ਕਿ ਮਾਰੂ ਬੱਚਿਆ ਕਿਹੜੇ ਸ਼ਹਿਰ ਵਿੱਚ ਆ ਗਏ ਆ ਜਿੱਥੇ ਲੋਹਾ ਚੱਟ ਦਾ ਤੇਲ ਪੈਰ ਉੱਠ ਵਾਹ ਤੇ ਚੜਦੇ ਝਟਕੂ ਪਹਿਲਾਂ ਖਲੀ ਖਬਰ ਸਮੁੰਦਰ ਲੰਘ ਗਈ ਤਾਂ ਤੇ ਆਏ ਸ਼ਹਿਰ ਵਿੱਚ ਜੱਤ ਸਤ ਕਿਵੇਂ ਸਲਾਮਤ ਰੱਖੀਏ ਮਾਰੂ ਬੱਚਿਆ। और तहय्युर देखो और मेरा ख्याल एक तमाचा है डेमोक्रेटिक गवर्नमेंट भी कि अजब मकान है छत नहीं किसे मकान दी पैरा हेठ जमीन कोई नहीं ना कोई शक्ल आसमान दी गमले अंदर बाग बगीचे साढ़े अर्गे बंदे लिए भी हैरानी है ना जी। गमले अंदर बाग बगीचे फसल शापर धान दी केड़े शहर आ गए कैद बुराक तबेले अंदर ना कोई रात वसल दी वो दोवें नीत नमाज लइए चुप करके शुक्र नफल दी केड़े शहर च आ गए हैं। तो पॉइंट आउट जरा मैं तुम कर रहे हैं इशारे कि सावी सप दी अख वर्गी कोई लाल गुलाल बले वो सारी सड़क नूं खंभ लग गए असां फर्श ते पैर मले मारू बच्चिया। ते विजडम भी है गुलालम दी खबर मिले और अपनी खबर न को ना दरगाह ते रब मिलिया ना थैया थैया हो ते टैटम ब्रेक है कि मर मर एक बनावन शीशा मार वटा एक बंदे ये टैबूज नूं भी ब्रेक कीता वीर होना ने विच समंदर रोड आईए आ टोटे करके चांदे मारू बच्चिया केड़े शहर च आ गए हैं ते ना पा रंगपुर वाले खेड़े ना पा वग ना चोर ते अख विच तूर जहूर फेरिए जमजम नाल टकोर आपां पिछला युग भी हां ते अज भी नवें नकोर मारू बच्चिया
ਕਿਹੜੇ ਸ਼ਹਿਰ 'ਚ। मैं उस इंटरव्यू ਜਿਹੜਾ राजा साहब ने हवाला दिता उस इंटरव्यू 'ਚ मीर होना की गल सुनी कि मीर होना ने कहा कि मेरी एक कॉन्शियस एफर्ट है, ये रहंद खूंद जितनी भी है उन्हों की कॉन्शियस एफर्ट। फिर उन्होंने शायरी का म्यार दे विच भी गल की कि ये मेरी तीजी नहीं चौथी नहीं पंजवीं छेवीं अख की शायरी है। और फिर वो माइथोलॉजी जी जिहदी गल कर रहे हो जिस और 700 वरे पिछे असी गल करते होंगे सी, मेरवाल साहब कहते होंगे सन मीर होरी कि 700 वरे पिछे ते 700 वरे अगे दी अख रखने वाला शायर है। हुण मसला यह है कि कैनवस प्लान करता है, एक हसनापुर शायर अपना प्लान करता है और उस दे वो जरूरी नहीं कि नकाद उन्होंने इको सांचे च रख के उस इंसान नूं गुजार सकन। सो नकादा लई कुछ शायर या लेखक जिहड़े ने खुराक के तौर पर नवी खुराक के तौर पर भी सामने आउंदे ने। ते मेरा ये मनना है कि अज दे नकाद नूं भी वो सांचा बदलना पैना। और ये डॉक्टर वहीद ने भी इन्हां चीज़ां ते पॉइंट आउट किया, एम ए अशरफ होरां ने भी इस खिते के जिन्ने बंदे ने इन्होंने ओन किया। कुछ लोग औखा डिक्शन आखते रहे इस खिते का, मैं हरबंद राणा होरां नूं भी एक्सप्लेन करना चाहांगा कि इस खिते के बेशबहा लोग इस डिक्शन को बड़ा औखा समझते रहे और उहदी रीजन है सी, उहदी रीजन जिवें मोरी दा साका तुसीं देखो, जिवें तुसीं कह रहे हो कि हिस्ट्री एक बंदा जिहड़ा बाकायदा वसी मुताले तो बाद ये अमल प्लान करता है, उहदी हड बीती भी है मगर वो लफ्ज़ां दा अवतार जिन्ना भी है वो माजी तो लैके आए। वो लफ्ज़ किते ना किते तुहानूं उधर इशारा करते हैं और मेजोरिटी लोग जिहड़े अजकल की खेप मैं देख रहे हैं वो उर्दू दा विगड़ी हुई शक्लां ने, जिवें राजा साहब ने गल की कि उर्दू नूं बिल्कुल करीब करके पंजाबी बना लेना। फिर जाहिरी गल है कि गूढ़े लफ्ज़ या वो हसनापुर जिहड़ा है वो जो वसी मुताले तो बाद आता है तो वह एक अपना डिक्शन भी बनता है। मोरी दे साके नूं मैं जरूर सांझ करांगा क्योंकि मोरी दा साका या गवाची कथा दीवार कुछ नज़मां मीर होरां दियां इन्नियां वड्डियां ने कि जिहड़ियां बतौरे मैं समझदा है कि मैं जेनेटिक्स का बंदा है तो ये चीज़ां मैनूं नोमैड्स बहुत फैसीनेट करदे ने और इन्हां ते मैं कुछ काम भी जेनेटिकली कर रहा हूँ। नज़म सुनो, 12वीं सदी का किस्सा मोरी दा साका। लंघ थी लंघ बदरौए माड़े मलीचा दा बूआ 12वां बूआ ओ ललकारदा किवें पिया है। ਜਦੋਂ हमलावर बाहरों आता है तो सारे ਉਹਦੇ ਵੱਲ दौड़ना शुरू कर देंगे ने। उस बूए की खसूसीयत है उस बूए चो घुड़सवार भी सिर नीवा करके लंघते हैं तो वो जरा चेक करो कि लंघ थी लंघ बदरौए तल भी लंघ जापे ना हथ जट मुहसल सामे ना शावा दे खापे ना जादू ना चंद ना सूरज ना उत्तम लौ पवन परिछत पांड कन्हैया ना भैरू ना भूतपाल ना रावल काला काल बाज जद खिजर बरामा मैं मोरी दा दम एकला भले हो कम ना सौड़ देवे नफर कुल जम्मे जागे जम अगे अस्पसवार मैं मोरी मैं कंड शहर दी बदरो कांग करो धावो कुल जम्यो जेड़ा आन तली ते चढ़ जाए सोई चटिया जावे सरसर खेड़ मचाओ कोई आस सावन लथे रत्ते रंग वटालो आने मोरी हो जाए आकी आकी खाओ मास कटाकी पुत अपन्यो रज मोरी नाल संजापो अज थी अपने दीवे बलन अगासी बदरो कांग बने चन चढ़े कुल आलम वेखे कोई न रह जाए बाकी मैं मोरी मैं आखी जो गारो। यानी खड़ीचियां होइयां अनटोल्ड हिस्टरी और नोमैड्स दी उत्ते और इत्थे दी तारीख ते उन्हां दा वसी मुतालिया सी, इत्थे दी माइथोलॉजी नूं बहुत उन्हां दी ग्रिप सी। और मैं मनना है कि कॉन्शियस एफर्ट ही एक बड़ी शायरी है और वो फिर आप दरगाह दी फिलोसफी भी मैनूं मिलती है कि यानी कि असीं निरे ही घुम्मण घेरी च नहीं फिर रहे। मेरे अजे बच्चे नूं भी उंगल फड़ के वो किसी राह ते लाउंदे ने। यानी कि उन्हां दी शायरी च मैनूं साइकिक थैरेपी भी मिली है बतौर मैडिकल टीचर। मैं समझदा है कि इंसान नूं नफसियाती तौर पर भी शायर होना चाहिए और इंटरनेशनल विजन का बंदा भी होना चाहिए और मैं ये शैवां विच वेखी मेरी एक जाती राय है। ਇੱਥੇ मैं एक निक्की जी अगर इजाजत दो
ਅੱਗੋਂ ਚਲੀ ਲੱਗਿਆ ਜੀ। ਜੀ ਜ਼ਰੂਰ ਇਹਨਾਂ ਜ਼ਰੂਰ। ਪੜ੍ਹਿਆ ਨਾ ਪੂਰਾ ਜਿਸਲੇ, ਉਹ ਇੱਕ ਸਾਡਾ ਹਾਂਜੀ ਸ਼ਾਇਦ ਦੋਸਤ ਨੇ ਜੇਲਮ ਦਾ ਫੌਤ ਹੋ ਗਿਆ, ਨਸੀਰ ਕਵੀ, ਹੱਥ ਅਗਨੀ ਦਾ ਤਾ ਉਹਦੀ ਕਿਤਾਬ ਹੈ, ਜੀ ਜੀ ਉਹਦਾ ਇੱਕ ਮਿਸਰਾ ਬੜਾ ਨਾਰਾ ਜਿਹਾ ਬਣਿਆ ਹੋਇਆ ਹੈ, ਹਾਂਜੀ ਕਿਤਨੇ ਸੁਣਿਆ ਜੀ। ਮਾਰੋਗੇ ਨਿਕਲੇਗੇ, ਨਸੀਰ ਕਵੀ। ਉਹ ਮੀਰ ਸਾਹਿਬ ਦਾ ਇਹੋ ਜਿਹਾ ਕਲਾਮ ਮੈਂ ਹਾਂਜੀ ਦਿੱਤੀ ਹਾਂਜੀ ਨਾ, ਜਿਸਲੇ ਮੈਂ ਕਿਹਾ ਕਵੀ ਉਹ ਜੋ ਦੋਸਤ ਸੀ ਪੜ੍ਹੀ, ਉਹਨੇ ਇੱਕ ਗੱਲ ਕੀਤੀ ਜਿਹੜੀ ਬੜੀ ਆਪ ਜੈਨੂਅਨ ਪੋਇਟ ਸੀ ਉਹ ਵੀ, ਨਸੀਰ ਕਵੀ ਜਿਹੜਾ ਸੀ ਇਸ ਤਰੀਕੇ ਦਾ। ਜੀ ਜੀ ਉਹ ਮੈਨੂੰ ਕਹਿਣ ਲੱਗਾ ਕਿ ਯਾਰ ਇਹ ਮੀਰ ਤੇ ਜਿਹੜਾ ਨਾ, ਇਹ ਤੇ ਮੰਤਰ ਪੜ੍ਹਦਾ ਹੀ। ਤੁਸੀਂ ਵੇਖੋ ਹਾਂ ਹਾਂ ਨਜ਼ਮ ਪੂਰੀ ਜਿਹੜੀ ਮੀਰ ਸਾਹਿਬ ਵਾਹ ਪੜ੍ਹੀ ਹੈ ਨਾ, ਉਹਨੇ ਕਿਹਾ ਮੀਰ ਤੇ ਮੰਤਰ ਪੜ੍ਹਦਾ ਹੀ, ਇਹ ਤੇ ਇੰਜ ਜਿਵੇਂ ਹਾਂ ਹਾਂ ਕੋਈ ਸੱਪ ਪਿਆ ਕੀਲਦਾ। ਮੈਂ ਕਿਹਾ ਉਹ ਇੰਜ ਹੀ ਕੀਲ ਲੈਂਦਾ। ਹਾਂ ਕਹਿਣ ਦਾ ਮਤਲਬ ਹੈ ਵੀ ਕਿ ਜ਼ੁਬਾਨ ਦੀ ਤੁਸੀਂ ਗੁੰਨਿਆ ਵੇਖੋ ਕਿਵੇਂ ਗੁੰਨ ਕੇ ਬੰਨ ਕੇ ਪੂਰੀ ਤਰੀਕੇ ਨਾਲ ਕਰਕੇ। ਉਹ ਮੀਰ ਸਾਹਿਬ ਦਾ ਇਹ ਵਾਹ ਬੜਾ ਵਾਹ ਸੋਹਣਾ ਜਿਹੜਾ ਅੰਗ ਸੀ, ਕੋਈ ਗੱਲ ਜਿਹੜੀ ਹੈ ਬੜੀ ਇੰਜ ਕਰਕੇ ਨਾ ਸੋਹਣੀ ਕਰਕੇ ਕਰਦੇ ਸਨ ਜੀ। ਵਾਹ। ਜੀ ਬਿਲਕੁਲ ਸਰ, ਅੱਜ ਕਈ ਸਰ ਵਾਰੀ ਦਾ ਉਹਨਾਂ ਦੀਆਂ ਮਕਸਦ ਇਹ ਸੀ। ਜਿਹੜੀਆਂ ਜੀ ਜੀ ਕਈ ਨਜ਼ਮਾਂ ਉਹਨਾਂ ਦੀਆਂ ਐਦਾਂ ਦੀਆਂ ਸੀਗੀਆਂ ਜਿਹੜੀਆਂ ਮੂੰਹ ਜਵਾਨੀ ਯਾਦ ਹੋ ਜਾਂਦੀਆਂ ਸੀਗੀਆਂ। ਜਿਸ ਤਰ੍ਹਾਂ ਛੋਟੇ ਬੱਚੇ ਖੇਡਦੇ ਹੁੰਦੇ ਨਹੀਂ, ਕੁਝ ਕਵਿਤਾ ਵਗੈਰਾ ਗਾਉਂਦੇ ਹੁੰਦੇ ਸੀ, ਜਿਵੇਂ ਅੱਲੜ ਬੱਲੜ ਬਾਵੇ ਦਾ। ਉਹਨਾਂ ਦੀ ਇੱਕ ਨਜ਼ਮ ਮੈਨੂੰ ਯਾਦ ਆ ਰਹੀ ਹੈ ਵੀ ਕਿਹੜਾ ਕੁੱਟੇ ਬਾਜਰਾ ਤੇ ਕੌਣ ਪਕਾਵੇ ਭਾਤ, ਕਿਉਂ ਬੇਲੇ ਕੱਟਣ ਹਾਂ ਹਾਂ ਅਰਚਤਾ, ਅੱਜ ਅੱਜ ਖੇੜੇ ਦੇ ਘਰ ਰਾਤ। ਵੀ ਦੇਖੋ ਹਾਲਾਂਕਿ ਇਹ ਇੰਨੀ ਸੌਖੀ ਆ, ਜਿਵੇਂ ਅੱਲੜ ਬੱਲੜ ਬਾਵੇ ਦਾ ਆਪਾਂ ਨੂੰ ਯਾਦ ਹੋ ਸਕਦਾ ਸੀ, ਇਹ ਜਿਹੜੀ ਸੱਤਰ ਹੈ ਮੈਨੂੰ ਕਾਫੀ ਦਿਨ ਯਾਦ ਰਹੀ ਉਹਨਾਂ ਦੀ। ਤਾਂ ਫਿਰ ਇੱਕ ਹੋਰ ਉਹਨਾਂ ਦੀ ਸੀਗੀ ਚਾਰ ਸੱਤਰੀ, ਸੱਦ ਪਹਾੜੋਂ ਆਈ ਕੁੜੀਏ ਸੱਦ ਪਹਾੜੋਂ ਆਈ, ਸਾਡੀ ਖੇਤੀ ਵਿੱਚੋਂ ਫੁੱਟ ਸੀ ਸੂਰਜ ਦੀ ਰੁਸ਼ਨਾਈ। ਤੁਸੀਂ ਦੇਖੋ ਵੀ ਖੇਤੀ ਦੇ ਵਿੱਚੋਂ ਸੂਰਜ ਦੀ ਰੋਸ਼ਨਾਈ ਨੂੰ ਫੁੱਟਣਾ, ਮਤਲਬ ਮਿਹਨਤ ਕਸ਼ਾਂ ਦੇ ਤਬਕੇ ਦੇ ਵਿੱਚੋਂ ਉਹ ਇੱਕ ਇਨਕਲਾਬ ਦੀ ਜਿਹੜੀ ਗੱਲ ਕਰਦੇ ਹੈਗੇ ਆ, ਔਰ ਇੰਨੇ ਸੌਖੇ ਤਰੀਕੇ ਨਾਲ ਕਰਦੇ ਆ ਕਿ ਉਹ ਆਪਾਂ ਨੂੰ ਯਾਦ ਹੋ ਜਾਂਦੀ ਹੈਗੀ ਆ। ਕਿ ਜਿੱਥੇ ਮੈਨੂੰ ਔਖੀ ਇਸ ਕਰਕੇ ਲੱਗੀ ਕਿਉਂਕਿ ਮੈਨੂੰ ਜਿਹੜੇ ਮਤਲਬ ਗੂੜ ਉਰਦੂ ਦੇ ਸ਼ਬਦ ਸੀਗੇ, ਮੈਨੂੰ ਸਮਝਣ ਦੇ ਲਈ ਬੜੀ ਵਾਰੀ ਡਿਕਸ਼ਨਰੀ ਵੀ ਖੋਲਣੀ ਪਈ ਸੀ। ਮੈਨੂੰ ਉੱਥੇ ਜਾ ਕੇ ਔਖੀ ਲੱਗੀ ਸੀ। ਅਦਰਵਾਈਜ਼ ਜਿਹੜੀ ਰਵਾਨਗੀ ਆ ਨਾ ਉਹਨਾਂ ਦੀ, ਉਹ ਮਨ ਦੇ ਵਿੱਚ ਉਹ ਵਾਕਈ ਜਿਵੇਂ ਰਾਣਾ ਸਾਹਿਬ ਕਹਿ ਰਹੇ ਸੀਗੇ ਵੀ ਉਹ ਮੰਤਰ ਪੜ੍ਹਨ ਵਾਲੀ ਗੱਲ ਸੀਗੀ, ਵੀ ਮੰਤਰ ਪੜ੍ਹ ਵਾਕਈ ਉਹ ਚਾਰ ਚਾਰ ਸੱਤਰੀ ਜਿਹੜੀ ਉਹਨਾਂ ਦੀ ਕਵਿਤਾਵਾਂ ਹੈਗੀਆਂ, ਉਹਨਾਂ 'ਚ ਵਾਕਈ ਉਹ ਮੰਤਰ ਪੜ੍ਹਦੇ ਸੀਗੇ ਔਰ ਕੀਲ ਕੇ ਰੱਖ ਦਿੰਦੇ ਸੀ। ਅੱਛਾ ਬਿਨਾਂ ਜੀ, ਬੜੀ ਸੋਹਣੀ ਜੀ ਗੱਲ ਹੈ ਕੀਤੀ। ਸਾਡਾ ਮਕਸਦ ਵੀ ਇਹਦਾ ਸੀ ਚੂਨੇ ਕਿ ਜਿੱਥੇ ਕੋਈ ਸੁਣਿਆ ਜੇ ਦੋ ਯਾਦ ਲੈਣਾ, ਚੇਤਾ ਆਵੇ ਉਹ ਗੱਲ। ਜੀ ਇਹ ਦੋ ਲੈਣਾ ਸੁਣ ਲਿਆ ਜੀ। ਸੁਣਾਓ ਸੁਣਾਓ। ਚੂਨੇ ਗੱਚ ਅਟਾਰੀ, ਰੱਬੀ ਦਾਖਲ ਹੋ ਨਾ ਸਕਿਆ ਖੋਲ ਖੋਲ ਕੇ ਬੂਹੇ ਬਾਰੀ, ਰੱਬੀ ਦਾਖਲ ਹੋ ਨਾ ਸਕਿਆ ਖੋਲ ਕੇ ਬੂਹੇ ਬਾਰੀ, ਉਹਨੇ ਗੱਚ ਅਟਾਰੀ। ਦੇਖੋ ਇਹੋ ਜਿਹੀ ਬੜੀ ਮੰਨ ਕੇ ਨਾ ਇਹਦਾ ਸੱਚ ਅਲੀ ਅਰਸ਼ਦ ਮੀਰ ਹੀ ਬੋਲ ਸਕਦੇ ਹਨ। ਅੱਜ ਦੀ ਇਹ ਬੈਠਕ ਦਾ ਮਕਸਦ ਵੀ ਸੀ ਕਿ ਜਿੱਥੇ ਕਿਸੇ ਨੂੰ ਕੋਈ ਯਾਦ ਆਵੇ ਉਹ ਗੱਲ ਕਰ ਰਹੇ। ਇਹਨੂੰ ਅਸੀਂ ਉਹ ਕੋਈ ਫਾਰਮਲ ਨਹੀਂ ਬਣਾਇਆ। ਹੁਣ ਜੀਏ ਨਜਮ ਫੈਲੋਜ਼ ਵਾਲੇ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਹਿਬ ਦੇ ਹਵਾਲੇ ਨਾਲ। ਤਾਹਿਰ ਆਜ਼ਮ ਨੇ, ਆਰ ਕੇ ਮਾਨ ਨੇ ਇੰਡੀਆ ਤੋਂ, ਸਾਬਰ ਨਾਜ਼ ਸਾਹਿਬ ਸਾਡੇ ਬੜੇ ਸੋਹਣੇ ਸ਼ਾਇਰ ਫਿਕਰਕਾਰ ਤੋਂ, ਉਹ ਵੀ ਬਹੁਤ ਖੁਸ਼ ਨੇ ਪ੍ਰੋਗਰਾਮ ਵੇਖ ਕੇ। ਅਲੀ ਜੋਸ਼ਾ ਕਹਿ ਰਹੇ ਨੇ ਸਾਰੇ ਸੱਜਣਾਂ ਨੂੰ ਸਲਾਮ ਔਰ ਬਹੁਤ ਸੋਹਣਾ ਪ੍ਰੋਗਰਾਮ ਜਾ ਰਿਹਾ ਹੈ। ਜ਼ਾਹਦ ਜਰਪਾਲ ਵੀ ਸਾਡੇ ਦੋਸਤ, ਉਹ ਵੀ ਇਸ ਬੈਠਕ ਨੂੰ ਵਡਿਆ ਰਹੇ ਨੇ। ਸਿੱਧੂ ਸੈਜੀ ਤੀਰਥ, ਇਹ ਦੋਸਤ ਨੇ ਸਾਡੇ ਚੜ੍ਹਦੇ ਪੰਜਾਬ ਤੋਂ। ਕਾਮਨਾ ਨਈਮ ਨੇ ਔਰ ਸ਼ਹਜ਼ਾਦ ਜੋਈਆ, ਇਹ ਸਾਰੇ ਦੋਸਤ ਸਲਾਮ ਪੇਸ਼ ਕਰ ਰਹੇ ਨੇ ਅਲੀ ਅਰਸ਼ਦ ਮੀਰ ਹੋਰਾਂ ਦੀ ਸ਼ਖਸੀਅਤ ਨੂੰ, ਉਹਨਾਂ ਦੀ ਉਹ ਸਵੇਰ ਨੂੰ ਜਿਹੜੀ ਉਹਨਾਂ ਦੀ ਸ਼ਾਇਰੀ ਸਾਨੂੰ ਲੱਭਦੀ ਹੈ। ਔਰ ਮੈਂ ਸਮਝਦਾ ਕਿ ਇਨਸਾਨਾਂ ਦੀ ਗੱਲ ਕਰਨ ਵਾਲੇ ਪੰਜਾਬੀ 'ਚ ਇਸ ਲੈਵਲ ਦੇ ਸ਼ਾਇਰ ਬਹੁਤ ਥੋੜੇ ਨੇ। ਔਰ ਚੂੰਕਿ ਨਵੀਂ ਨਸਲ ਤੱਕ ਇਹ ਗੱਲ ਉਸ ਤਰ੍ਹਾਂ ਨਹੀਂ ਅੱਪੜ ਸਕੀ ਜਿਵੇਂ ਉਹਦਾ ਹੱਕ ਸੀ। ਅੱਜ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ। ਸਰਮਦ ਨੇ ਕਿੰਨੇ ਸੋਹਣੇ ਤਰੀਕੇ ਨਾਲ ਉਹਦਾ ਸਾਹਿਤੀ ਪੱਖ ਉਜਾਗਰ ਕੀਤਾ ਹੈ ਔਰ ਇਹ ਸ਼ਾਇਦ ਇਹਦਾ ਹੀ ਕੰਮ ਸੀ। ਤੇ ਮੈਂ ਚਾਹਾਂਗਾ ਕਿ ਜਿੱਥੇ ਕਿਸੇ ਨੂੰ ਕੋਈ ਕੋਈ ਗੱਲ ਯਾਦ ਆਵੇ ਉਹ ਕਰ ਸਕਦਾ ਹੈ। ਮਸੂਦ ਅਹਿਮਦ ਸਾਹਿਬ ਸਾਡੇ ਦੋਸਤ ਨੇ, ਉਹਨਾਂ ਜਿੱਦਾਂ ਕੋਈ ਗੱਲ ਨਹੀਂ ਕੀਤੀ, ਉਹ ਵੀ ਕੁਝ ਗੱਲਾਂ ਸਾਂਝੀਆਂ ਕਰ ਰਹੇ ਤੇ ਫਿਰ ਓਪਨ ਕਰ ਰਹੀ ਹੈ। ਜਿੱਥੇ ਜਿਹਦਾ ਦਿਲ ਕਰੇ ਕੋਈ ਗੱਲ ਕਰੇ। ਦਰਵੇਸ਼ ਦੀ ਗੱਲ ਖੁੱਲ੍ਹੀ ਹੋਣੀ ਚਾਹੀਦੀ ਜੀ। ਮਸੂਦ ਭਾਈ, ਮੈਂ ਤੁਹਾਡਾ ਬੜਾ ਮਮਨੂਨ ਹਾਂ, ਰਾਜਾ ਸਾਦਕੁੱਲਾ ਸਾਹਿਬ ਦਾ, ਸਰਮਦ ਸਾਹਿਬਾ ਦਾ, ਰੁਪਿੰਦਰ ਹੋਰਾਂ ਦਾ, ਕਿ ਤੁਸੀਂ ਅੱਜ ਦੀ ਇਸ ਖੂਬਸੂਰਤ ਤਕਰੀਬ ਦਾ ਇਤਮਾਮ ਕੀਤਾ ਹੋਇਆ ਹੈ। ਉਹ ਮੈਨੂੰ ਯਾਦ ਆ ਗਿਆ ਤੇ ਪੰਜਾਬ 'ਚ ਰਹਿੰਦਿਆਂ ਜੀ ਕਿ ਲੁਧਿਆਣੇ ਵਿੱਚ ਇੱਕ ਪੰਜਾਬੀ ਕਾਨਫਰੰਸ 'ਚ ਇੱਕ ਸਰਦਾਰ ਔਰ ਕੈਨੇਡਾ ਤੋਂ ਆਏ। ਉਹਨਾਂ ਨੇ ਬੜੀ ਸੁਸਤਾ ਅੰਗਰੇਜ਼ੀ ਤਕਰੀਰ ਸ਼ੁਰੂ ਕਰ ਲਈ ਤੇ ਆਖਿਆ ਕਿ ਪੰਜਾਬੀ ਮੇਰੀ ਮਾਦਰੀ ਜ਼ੁਬਾਨ ਹੈ
इस वास्ते ये मेरी मां नूं आंदी है, मैनू नहीं आंदी। साडे राजा साहब पंजाबी दे बड़े बहुत जी पर लिखण वाले ने। सरबत बैठा है, गल हो रही है अरशद मीर दी। अरशद मीर बुनियादी तौर पे जी पंजाबी सूफी दी जबान है। एक तो मैं तो नोट करा कि अली अरशद मीर बतौर इंसान, बतौर जी शायर, एक किसी फिरके का, किसी मजहब का शायर नहीं सी। अली अरशद मीर इंसानियत का शायर सी और वो इस इलाके का शायर है। ਇਹਦੇ ਚੋਂ ਇਸ ਇਲਾਕੇ ਦੇ ਰਹਿਣ ਵਾਲੇ ਮਜ਼ਲੂਮਾਂ ਦਾ, ਮਹਿਕੂਮਾਂ ਦਾ, ਉਹਨਾਂ 'ਚ ਸਿੱਖ ਵੀ ਹੋ ਸਕਦੇ ਨੇ, ਮੁਸਲਮਾਨ जी ਵੀ ਹੋ ਸਕਦੇ ਨੇ, ਹਿੰਦੂ ਵੀ ਹੋ ਸਕਦੇ ਨੇ, ਈਸਾਈ ਵੀ ਹੋ ਸਕਦੇ ਨੇ। ਅਰਸ਼ਦ ਮੀਰ ਇਹਨਾਂ ਸਾਰਿਆਂ ਮਹਿਰੂਮ हाँ हाँ ਤਬਕਿਆਂ ਦਾ ਸ਼ਾਇਰ। ਦੂਜੀ ਗੱਲ ਕਿ ਅਰਸ਼ਦ ਮੀਰ ਦੇ ਹਾਂ ਸ਼ੇਰ ਕਹਿੰਦੇ ਆਏ ਆ, ਮੈਂ ਸਮਝਣਾ ਕਿ ਬਹੁਤ ਘੱਟ ਲੋਕਾਂ 'ਚ ਇੰਨਾ ਤਾਰੀਖੀ ਸਮਾਜੀ ਸ਼ਊਰ ਹੁੰਦਾ ਹੈ ਜਿੰਨਾ ਉਸ ਅਰਸ਼ਦ ਮੀਰ ਦੇ, ਅਲੀ ਅਰਸ਼ਦ ਮੀਰ ਦੇ ਵਿੱਚ ਇਸ ਖਿੱਤੇ ਦੇ ਹਵਾਲੇ ਨਾਲ ਸਨ। ਤੇ ਉਹ ਜਿਹੜਾ ਬਰਾਬਰਾਂ ਦਾ, ਮਲੀਛਿਆਂ ਦਾ ਸਾਰਾ ਵਿਸਤਾਰਾ ਹੈ, ਉਹ ਵੀ ਉਹਨਾਂ ਦੇ ਇਸ ਇਲਾਕੇ ਦੇ ਵਿੱਚ ਤਾਰੀਖੀ ਸ਼ਊਰ ਔਰ ਉਸ ਅਰਸ਼ਦ ਮੀਰ ਨੇ ਸਮਝਦਾ ਸੀ ਜਿੱਥੇ ਇਸ ਇਲਾਕੇ ਦੇ ਇਹ ਮਜ਼ਲੂਮਾਂ ਨਾਲ ਉਹ ਅਤਿਆਚਾਰ ਹੋਇਆ ਹੈ, ਇਹਨਾਂ ਦਾ ਹੱਕ ਖੋਇਆ ਗਿਆ ਹੈ, ਮਾਰਿਆ ਗਿਆ ਹੈ। ਅਰਸ਼ਦ ਮੀਰ ਪਿਛਲੇ ਜ਼ਮਾਨਿਆਂ 'ਚ ਵੀ ਤੇ ਆਉਣ ਵਾਲੇ ਜ਼ਮਾਨਿਆਂ 'ਚ ਵੀ ਅਰਸ਼ਦ ਮੀਰ ਉਹਨਾਂ ਲੋਕਾਂ ਦਾ ਨੁਮਾਇੰਦਾ ਸ਼ਾਇਰ ਸੀ। ਦੂਸਰੀ ਗੱਲ ਹੈ ਕਿ ਅਰਸ਼ਦ ਮੀਰ ਨੂੰ ਬੰਦ ਅੱਖਾਂ ਨਾਲ ਤਾਂ ਸਾਰੇ ਅਸੀਂ ਸੁਪਨਾ ਵੇਖ ਲੈਂਦੇ ਹਾਂ, ਲੇਕਿਨ ਅਲੀ ਅਰਸ਼ਦ ਮੀਰ ਖੁੱਲੀ ਅੱਖਾਂ ਨਾਲ ਸੁਪਨੇ ਵੇਖਣ ਦਾ ਆਦੀ ਸੀ। ਲੇਕਿਨ ਜ਼ਾਹਰ ਹੈ ਸੁਪਨੇ ਸੁਪਨੇ ਹੀ ਹੁੰਦੇ ਨੇ वाह ਔਰ ਇਹਨਾਂ ਸੁਪਨਿਆਂ ਨੂੰ ਸੱਚ ਸਾਬਤ ਕਰਨ ਵਾਸਤੇ ਉਸ ਇਨਕਲਾਬੀ ਸ਼ਾਇਰ ਨੇ ਕੁਝ ਛੋਟੀਆਂ ਮੋਟੀਆਂ ਲੈਫਟ ਦੀਆਂ ਸਿਆਸੀ ਮੂਵਮੈਂਟਾਂ ਵੀ ਉਸ ਬੰਦੇ ਨੇ ਉਹਨਾਂ ਦਾ ਹਿੱਸਾ ਬਣਿਆ। ਲੇਕਿਨ ਸਾਡੇ ਮੈਂ ਫਿਰ ਤੁਹਾਨੂੰ ਅਰਜ਼ ਕਰਾਂਗਾ, ਖਾਬ ਹੀ ਹੁੰਦੇ ਨੇ। ਉਹ ਬਾਜ਼ਾਰ ਅਸੀਂ ਉਹ ਲੋਕ ਹਾਂ ਜਿਹੜੇ ਸਮੁੰਦਰ ਨੂੰ ਵੀ ਸਰਸਰੀ ਅੱਖ ਨਾਲ ਵੇਖਦੇ ਹਾਂ, ਲੇਕਿਨ ਅਰਸ਼ਦ ਮੀਰ ਇਹ ਜਿਹਾ ਆਦਮੀ ਸੀ, ਉਹ ਜਦ ਸਮੁੰਦਰ ਨੂੰ ਵੀ, ਉਹ ਸਮੁੰਦਰ ਆਪ ਵੀ ਸਮੁੰਦਰਾਂ ਵਰਗਾ ਡੂੰਘਾ ਸੀ, ਉਹ ਸਮੁੰਦਰ ਨੂੰ ਵੀ ਜ਼ਰਾ ਡੂੰਘਿਆ ਜਾ ਕੇ ਦੇਖਦਾ ਸੀ। वाह ਮਲੰਗ ਆਦਮੀ, ਪ੍ਰਵੇਸ਼, ਸੂਫੀ ਜ਼ਬਾਨ ਉਹਨਾਂ ਵਰਗੀ ਮਿੱਠੀ, ਲੇਕਿਨ ਜਿਹੜੀ ਉਹਦੇ ਲਿਖਤਾਂ ਸਨ ਉਹ ਜਿਵੇਂ ਉਹ ਸਾਡੇ ਪੰਜਾਬੀ ਦੀ ਇੱਕ ਮਿੱਥ ਹੈ ਮਿੱਠੀਆਂ ਸੂਲਾਂ, ਜਿਹੜੀਆਂ ਉਹਦੀ ਤਖਲੀਕਾਤ ਨੇ ਉਹ ਵੀ ਮਿੱਠੀਆਂ ਸੂਲਾਂ ਵਰਗੀਆਂ ਹੀ ਸਨ। ਔਰ ਜਦੋਂ ਅਰਸ਼ਦ ਮੀਰ ਆਪਣੀ ਜ਼ਬਾਨ ਦੇ ਪਿੱਛੇ ਲੁਕਿਆ ਹੋਇਆ ਆਦਮੀ ਸੀ, ਉਹ ਆਪਣੀਆਂ ਤਹਿਰੀਰਾਂ 'ਚ ਨਜ਼ਰ ਆਉਂਦਾ ਸਮਾਂ ਕੁਝ ਦੇਰ ਉਹਦੇ ਨਾਲ ਸਾਂਝੇ ਕਰਨ ਦਾ ਮੈਨੂੰ ਇਤਫਾਕ ਹੋਇਆ। ਅਸੀਂ ਬੈਠਦੇ, ਲੇਕਿਨ ਜਦੋਂ ਉਹ ਬੰਦਾ ਗੁਫ਼ਤਗੂ ਕਰਦਾ ਸੀ ਕਿਸੇ ਹਵਾਲੇ ਨਾਲ ਉਹਦਾ ਤਾਰੀਖੀ ਅਦਰਾਕ, ਸ਼ਊਰ ਤੇ ਦਿਲ, ਮੇਰਾ ਜ਼ਾਤੀ ਤੌਰ ਤੇ ਵੀ ਦਿਲ ਕਰਦਾ ਹੁੰਦਾ ਸੀ ਕਿ ਅਰਸ਼ਦ ਮੀਰ ਬੋਲਦਾ ਰਵੇ ਤੇ ਮੈਂ ਉਹਨੂੰ ਹੱਥ ਬੰਨ੍ਹ ਕੇ ਸੁਣਦਾ ਰਵਾਂ। ਫਿਰ ਇੱਕ ਪੰਜਾਬੀ ਨਾਲ, ਮਾਂ ਬੋਲੀ ਨਾਲ ਉਹਨੂੰ ਪਿਆਰ, ਜਿੱਥੇ ਕਿਤੇ ਰਾਜਾ ਸਾਹਿਬ ਦੀ ਸ਼ਾਨ ਨੇ ਬੁਨਿਆਦੀ ਤੌਰ ਤੇ ਮੈਂ ਉਰਦੂ ਦੇ ਵਿੱਚ ਇੱਕ ਨਾਲ ਆਦਮੀ ਸਨ, ਲੇਕਿਨ ਪੰਜਾਬੀ ਜ਼ਬਾਨ ਦੀ ਤਹਿਜ਼ੀਬ ਨੂੰ ਅਰਸ਼ਦ ਮੀਰ ਨੇ ਆਪਣੀ ਜ਼ਿੰਦਗੀ ਦਾ ਇੱਕ ਮਿਸ਼ਨ ਬਣਾਇਆ ਸੀ। ਔਰ ਜਿੱਥੇ ਵੀ ਉਹਨੂੰ ਕੋਈ ਪੰਜਾਬੀ ਕਿਸੇ ਹੋਰ ਜ਼ਬਾਨ 'ਚ ਗੱਲ ਕਰਦਾ ਨਜ਼ਰ ਆਵੇ ਤੇ ਉਹਨੂੰ ਇਹ ਤਲਕੀਨ ਜ਼ਰੂਰ ਕਰਦਾ ਸੀ ਕਿ ਤੂੰ ਆਪਣੀ ਜ਼ਬਾਨ 'ਚ ਗੱਲ ਕਿਉਂ ਨਹੀਂ। ਬਾਕੀ ਉਹਨੇ ਇੱਕ ਗੱਲ ਰਾਜਾ ਸਾਹਿਬ ਨੇ ਕਿਹਾ ਸੀ ਕਿ ਉਹਨੇ ਬੜਾ जी जी ਜਿਵੇਂ ਇੱਕ ਮੁਹਾਵਰਾ ਸਮੁੰਦਰ ਦੇ ਕਿਨਾਰੇ ਬੰਦ ਕਰਨ ਵਾਲੀ ਗੱਲ ਹੈ ਕਿ ਬਾਅਦ ਬੰਦੇ ਆਪਣੀਆਂ ਸਭ ਕਿਤਾਬਾਂ 'ਚ ਨਹੀਂ ਕਰ ਸਕਦੇ। ਉਰਦੂ ਵਿੱਚ ਵੀ ਤਾਂ ਗਾਲਬ ਨੇ ਇੱਕ ਦੀਵਾਨ ਹੀ ਕਿਹਾ ਹੈ, ਲੇਕਿਨ ਉਹ ਮੁਸਲਮ ਹੈ। ਇੱਕ ਹੋਰ ਗੱਲ ਕਹੀ ਜਾਂਦੀ ਕਿ ਉਹਨੂੰ ਉਮਰ ਕਿਹਾ ਜਾਂਦਾ ਹੈ ਅਰਸ਼ਦ ਮੀਰ ਨੂੰ। ਉਮਰ ਠੀਕ ਹੈ, ਬਹੁਤ ਵੱਡਾ ਸ਼ਾਇਰ, ਬਹੁਤ ਵੱਡਾ ਫਲਾਸਫਰ ਆਪਣੇ ਜ਼ਮਾਨੇ, ਲੇਕਿਨ ਮੈਂ ਸਮਝਦਾ ਕਿ ਅਰਸ਼ਦ ਮੀਰ ਦੀ ਇੱਕ ਆਪਣੀ ਇਨਸਾਨੀਅਤ ਤੇ, ਪਰ ਹੋ ਸਕਦਾ ਹੈ ਕੱਲ ਕਲਾ ਆਉਣ ਵਾਲੀ ਕਿਸੇ ਸਦੀ ਦੇ ਵਿੱਚ ਉਸ ਵੇਲੇ ਦੇ ਕਿਸੇ ਲਿਖਣ ਵਾਲੇ ਨੂੰ, ਉਸ ਵੇਲੇ ਦੇ ਕਿਸੇ ਸਮਾਜ ਦੇ ਬਾਗੀ ਨੂੰ ਅਲੀ ਅਰਸ਼ਦ ਮੀਰ ਕਿਹਾ। ਅਰਸ਼ਦ ਮੀਰ ਮੈਂ ਸਮਝਦਾ ਆਉਣ ਵਾਲੇ ਜ਼ਮਾਨਿਆਂ ਦਾ ਸ਼ਾਇਰ ਹੈ। ਉਹਦੀ ਵਜ੍ਹਾ ਹੈ ਕਿ ਸਾਡੀ ਧਰਤੀ ਤੋਂ, ਸਾਡੀ ਮਿੱਟੀ ਤੋਂ, ਸਾਡੇ ਇਲਾਕੇ 'ਚੋਂ ਇਹ ਨਾਇਨਸਾਫੀ, ਅਤਿਆਚਾਰ, ਇਹ ਜ਼ੁਲਮ, ਜਬਰ ਖਤਮ ਹੋਣ ਵਾਲੀਆਂ ਚੀਜ਼ਾਂ ਨੇ
क्योंकि साडी जिल्लत का हिस्सा है। और जिन्नी देर तक ये खत्म नहीं होनी है उन्नी देर तक अरशद मीर की शायरी का असली आनंद लेंदे रहांगे। राजा साहब एक दफा की गल है कि मैं ब्रांच बैठा था, मेरे को आए, जी कोई गलबात नहीं, आगे अभी अरशद मीर ने रोना शुरू कर। मैं पूछता रहा यार की कर रही है मीर साहब, की मसला है। मैनू वो कहते यार नहीं बड़ी देर रोंदे रहे। उस तो बाद थोड़ा जहा मैं तो यार शायद मैंने अजीब की डेथ हो गई है तो और मामला है। थोड़ी देर बाद पता लगा अमेरिका ने उधर अफगानिस्तान से हमला, कहते यार वो अफगानिस्तान से अमेरिका ने हमला कर दिता है तो इन्ने बंदे मर गए ने। मैं शरारत नाल कहा, मैं कहा यार मीर तू तो लैफ्ट का आदमी नहीं है। कहते यार जन्म से जावे लैफ्ट से राइट, ये तो इंसानियत का खून होने है, तेनू राइट ते लैफ्ट पे ये साडा अरशद मीर सी। मैं समझना कि एक तो तसनीफ जी कथा की बाहर वो छड़ गया। लेकिन एक होर गल जी राजा साहब इन्होंने एंडोर्स करनगे कि मीर की इन्नी जिंदा तखलीकात इस हवाले उन्होंने खेलिया भी अपनी औलाद वास्ते इलम का विरसा ही है। और जो इलम का विरसा बतौर बाप वो अपनी औलाद वास्ते मुंतकिल कर गया है। सरमद होया, मसूद होया, इन्हां दा तीसरा भाई जो गुफ्तगू करते हैं इन्हां विच ओ जीन दे नाल मीर साहब वाली उम्मीद नजर आ बोल दी ठीक। बहुत शुक्रिया। वाह ਜਿਹੜੀ ਮਤਲਬ ਅਹਿਮਦ ਸਾਹਿਬ ਜਿਸ ਤਰ੍ਹਾਂ ਗੱਲ ਕਰ ਰਹੇ ਆ, ਅਹਿਮਦ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ ਉਸ ਸਮੇਂ ਦੇ ਵਿੱਚ ਹੀ ਸ਼ਾਇਦ ਉਹਨਾਂ ਨੇ ਲਿਖਿਆ ਸੀ ਵੀ गिरती हुई दीवारों को एक धक्का मार दो। ਇਹ ਸ਼ਾਇਦ ਉਸ ਸਮੇਂ ਦੇ ਵਿੱਚ ਹੀ ਉਹਨਾਂ ਨੇ ਲਿਖਿਆ ਸੀ, ਜਿਹੜੀ ਘਟਨਾ ਦਾ ਜ਼ਿਕਰ ਅਹਿਮਦ ਸਾਹਿਬ ਨੇ ਹੁਣੇ ਕੀਤਾ ਹੈਗਾ ਹਨਾ। ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਨਾਮ ਲੈ ਕੇ ਗੱਲ ਕੀਤੀ ਹੈਗੀ। मीर साहब मजलूमा की आवाज सन और वो मजलूम कोई भी हो सकता है, जालिम कोई मुसलमान भी हो सकता है, जालिम हिंदू भी हो सकता है, कोई सिख भी हो सकता है, ऐसे तरह कोई ईसाई भी हो सकता है, कोई इवन कोई यहूदी भी हो सकता है, कोई मजलूम भी हो और जालिम भी हो सकता है। मीर पता नजर किसी मजहब तो किसी गल तो सिर्फ वो मजलूमा का नुमाइंदा सी और एक किसी भी कौम का हो सकता है। ਸਰ ਇੱਕ ਮੈਨੂੰ ਘਟਨਾ ਯਾਦ ਆ ਰਹੀ ਹੈ, ਜਦੋਂ ਮੈਂ ਕਿਤਾਬ ਪੜ੍ਹ ਰਹੀ ਸੀ ਇੱਕ ਕਥਾ ਦੀ ਵਾਰ ਪੜ੍ਹ ਰਹੀ ਸੀਗੀ ਤਾਂ ਉਹਦੇ ਵਿੱਚ ਨਾ ਇੱਕ ਨਜ਼ਮ ਸੀਗੀ ਉਹਨਾਂ ਦੀ, ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ, ਕਿਉਂਕਿ ਆਪਾਂ ਸਾਰੇ ਮਾਂ ਪੱਖੀ ਹੁੰਨੇ ਆ ਵੀ ਆਪਾਂ ਮਾਂ ਮਸ਼ਹੂਰ ਬੱਚੇ ਨੂੰ ਬੜਾ ਆਪਾਂ ਨੂੰ ਤਰਸ ਆਉਂਦਾ ਹੈਗਾ। ਪਰ ਉਹਨਾਂ ਨੇ ਮਾਂ ਦੀ ਤਾਂ ਚਲੋ ਗੱਲ ਕੀਤੀ ਆ, ਬਟ ਉਹਨਾਂ ਨੇ ਇੱਕ ਪਿਓ ਮਸ਼ਹੂਰ ਜਿਹੜਾ ਬੱਚਾ ਹੈਗਾ ਉਹਦੇ ਦਰਦ ਨੂੰ ਬਿਆਨ ਕੀਤਾ ਹੈਗਾ ਵੀ ਉਹ ਨਜ਼ਮ ਸ਼ਾਇਦ ਮੈਂ ਤੁਹਾਨੂੰ ਦੱਸਿਆ, ਬਾਹਾਂ ਕੱਟਣੀਆਂ ਪਈਆਂ, ਕਲਮਾਂ ਤੋੜੀਆਂ ਹੱਥੀਂ, ਛਾਈਆਂ ਸੱਟਣੀਆਂ ਪਈਆਂ, ਬਸਤੇ ਖਾਲੀ ਕੀਤੇ, ਖੁੰਦਕਾਂ ਪੁੱਟਣੀਆਂ ਪਈਆਂ, ਲੈ ਗਾਟੇ ਆਪਣੇ ਕੱਪ ਲੈ ਗਾਟੇ ਆਪਣੇ, ਥੁੱਕਾਂ ਚੱਟਣੀਆਂ ਪਈਆਂ। ਜਦੋਂ ਮੈਂ ਇਹ ਉਹਨਾਂ ਦੀ ਨਜ਼ਮ ਪੜ੍ਹ ਰਹੀ ਸੀਗੀ ਤਾਂ ਮੈਨੂੰ ਲੱਗਿਆ ਵੀ ਇਹ ਮਾਂ ਮਸ਼ਹੂਰ ਬਾਰੇ ਤਾਂ ਆਪਾਂ ਬਹੁਤ ਸਾਰੇ ਸੁਣਿਆ ਵੀ ਸਟੈਪ ਮਦਰ ਯਾਨੀ ਮਤਰੇਈ ਮਾਂ ਆ ਗਈ, ਉਹਨੇ ਬੱਚੇ ਨੇ ਕਿਹੜੀਆਂ ਪ੍ਰੋਬਲਮਸ ਨੂੰ ਫੇਸ ਕੀਤਾ, ਕਿੰਨੀਆਂ ਮੁਸੀਬਤਾਂ। ਪਰ ਜੇ ਇੱਕ ਪਿਓ ਮਸ਼ਹੂਰ ਹੋਵੇ ਉਹਦੇ ਬਾਰੇ ਆਪਾਂ ਮੈਂ ਤਾਂ ਨਹੀਂ ਸੋਚਦੀ ਹੁੰਦੀ ਸੀਗੀ। ਫਿਰ ਮੈਨੂੰ ਯਾਦ ਆਇਆ ਵੀ ਜਿਹੜੇ ਬੱਚੇ ਮੈਂ ਆਪਣੇ ਆਲੇ ਦੁਆਲੇ ਕਾਫੀ ਲੋਕਾਂ ਨੂੰ ਯਾਦ ਕੀਤਾ ਵੀ ਜਿਨ੍ਹਾਂ ਨੂੰ ਉਹਨਾਂ ਦਾ ਫਾਦਰ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਵਾਕਈ ਆਪਣੀ ਪੜ੍ਹਾਈ ਜਿਹੜੀ ਸੀਗੀ ਉਹ ਛੱਡਣੀ ਪਈ ਤੇ ਉਹਨਾਂ ਨੂੰ ਕੰਮ ਕਰਨਾ ਪਿਆ। ਤਾਂ ਮੈਨੂੰ ਮਹਿਸੂਸ ਹੋਇਆ ਵੀ ਉਹ ਜਿਹੜੀ ਉਹਨਾਂ ਨੇ ਨਜ਼ਮ ਲਿਖੀ ਹੈਗੀ ਆ, ਉਹਨਾਂ ਦੇ ਸ਼ਬਦਾਂ ਨੇ ਮੈਨੂੰ ਹੁਣ ਦੇ ਸਮੇਂ ਦੇ ਵਿੱਚ ਆਲੇ ਦੁਆਲੇ ਨਿਗਾਹ ਮਾਰਨ ਤੇ ਮੈਨੂੰ ਮਜਬੂਰ ਕਰਤਾ ਕਿ ਮੈਂ ਦੇਖਾਂ ਵੀ ਉਹਨਾਂ ਦੀ ਜਿਹੜੀ ਗੱਲ ਹੈਗੀ ਆ ਉਹ ਕਿੱਥੋਂ ਕੁ ਤੱਕ ਹੈ ਜਿਹੜੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਆ। ਔਰ ਸੱਚੀ ਮੁੱਚੀ ਮੈਂ ਉਹਨਾਂ ਸਾਰੇ ਲੋਕਾਂ ਬਾਰੇ ਸੋਚ ਕੇ ਰੋ ਪਈ ਜਿਹੜੇ ਮਾਂ ਨਹੀਂ ਪਿਓ ਮਸ਼ਹੂਰ ਲੋਕ ਸੀਗੇ ਵੀ ਜਿਹੜੇ ਉਹ ਮਜ਼ਲੂਮਾਂ ਬਾਰੇ ਆਪਾਂ ਕਦੇ ਸੋਚਦੇ ਨਹੀਂ ਹੁੰਦੇ ਸੀਗੇ। ਉਹ ਸਾਰੀਆਂ ਗੱਲਾਂ ਮੈਨੂੰ ਯਾਦ ਆ ਵੀ ਮੈਂ ਨਜ਼ਮ ਪੜ੍ਹ ਰਹੀ ਸੀਗੀ ਤਾਂ ਮੈਨੂੰ ਮੇਰੇ ਗੁਆਂਢ ਵਿੱਚ ਜਿਹੜਾ ਪਰਸਨ ਰਹਿੰਦਾ ਸੀ ਜਿਹਦੇ ਬਾਰੇ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਇਹਨੂੰ ਪਿਓ ਦੇ ਮਰਨ ਤੋਂ ਬਾਅਦ ਇੰਨੀਆਂ ਮੁਸੀਬਤਾਂ ਆਈਆਂ ਹੋਣਗੀਆਂ। ਫਿਰ ਮੈਨੂੰ ਇੱਕ ਇੱਕ ਕਰਕੇ ਉਹਦੀਆਂ ਮੁਸੀਬਤਾਂ ਯਾਦ ਆਈਆਂ। ਇਸ ਤਰੀਕੇ ਨਾਲ ਵੀ ਹਰ ਨਜ਼ਮ ਆ ਜਿਹੜੀ ਉਹਨਾਂ ਦੀ ਇੱਕ ਜ਼ਿੰਦਗੀ ਦੇ ਨਾਲ ਜੁੜੀ ਹੋਈ ਨਜ਼ਮ ਸੀ। ਰੁਪਿੰਦਰ ਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਸਾਰੀ ਇੱਕ ਤਾਂ ਕੰਮ ਕਰਦਾ ਪਿਆ, ਦਰਿਆ ਦੇ ਕਿਨਾਰੇ ਜਾਂ ਸਮੁੰਦਰ ਦੇ ਕਿਨਾਰੇ ਦੇ ਖਲੋ ਕੇ ਤੁਸੀਂ
ਕਿਸੇ ਡੁੱਬਣ ਵਾਲੇ ਦਾ ਦੁੱਖ ਮਹਿਸੂਸ ਨਹੀਂ ਕਰ ਸਕਦੇ। ਇਸੇ ਤਰ੍ਹਾਂ ਬਿਲਕੁਲ ਇਹ ਬਿਲकुल ਖਾਂਦਾ ਖਾ ਪੀ ਕੇ ਕਿਸੇ ਭੁੱਖੇ ਦਾ ਦਰਦ ਮਹਿਸੂਸ ਨਹੀਂ ਕਰ ਸਕਦਾ। ਬੁਨਿਆਦੀ ਤੌਰ ਹਮ, ਤੇ ਅਰਸ਼ਦ ਮੀਰ ਦਾ ਜ਼ਾਤੀ ਜਿਹੜਾ ਖਾਨਗੀ ਤਾਲੁਕ ਵੀ ਸੀ, ਉਹ ਵੀ ਇੱਕ ਗਰੀਬ ਸਾਦਾ ਲੋਕ ਫੈਮਿਲੀ ਨਾਲ ਸੀ। ਅਰਸ਼ਦ ਮੀਰ ਨੇ ਜਿਹੜਾ ਕਸ਼ਟ ਤੇ ਜਿਹੜਾ ਕਰਬ ਇਹਨਾਂ ਮਜ਼ਲੂਮ ਤੇ ਮਹਿਕੂਮ ਤਬਕਿਆਂ ਦਾ ਬਿਆਨ ਕੀਤਾ ਹੈ। ਮੀਰ ਸਾਹਿਬ ਦੇ ਵਾਲਦ ਸਾਹਿਬ ਵੀ ਮਜ਼ਦੂਰ ਸਨ ਔਰ ਮੀਰ ਸਾਹਿਬ ਨੇ ਕਸ਼ਟ ਇਸ ਸਾਰਾ ਇਹਦੇ ਵਿੱਚੋਂ ਗੁਜ਼ਰੇ ਵੀ, ਔਰ ਫਿਰ ਕੁਝ ਉਹਨਾਂ ਨੇ ਉਹ ਆਪਣੇ ਭੈਣ ਭਰਾਵਾਂ 'ਚ ਸਰਬਤ ਦੇ ਵਿਚਕਾਰ ਪਵਿੱਤਰ ਦਾ ਸਕਦਾ ਸਭ ਤੋਂ ਵੱਡੇ ਸਨ। ਉਹਨਾਂ ਨੇ ਆਪਣੀ ਫੈਮਿਲੀ ਦਾ ਇਹ ਦੁੱਖ ਵੰਡਿਆ ਔਰ ਉਹਨਾਂ ਨੇ ਆਪਣੇ ਭੈਣ ਭਰਾਵਾਂ ਦਾ, ਆਪਣੇ ਸਮਾਜ ਦਾ, ਆਪਣੇ ਗਰੀਬ ਰਿਸ਼ਤੇਦਾਰਾਂ ਦਾ ਦੁੱਖ ਵੰਡਾਇਆ ਵੀ। ਸੋ ਜਿਹੜਾ ਕਰਬ ਉਹਨਾਂ ਦੀ ਨਜ਼ਮਾਂ 'ਚ, ਉਹਨਾਂ ਦੀਆਂ ਲਿਖਤਾਂ 'ਚ ਨਜ਼ਰ ਆਉਂਦਾ ਹੈ। ਮੀਰ ਸਾਹਿਬ ਬਜ਼ਾਤੇ ਖੁਦ ਵੀ ਇਹਦਾ ਇੱਕ ਹਿੱਸਾ ਰਹੇ। ਬਾਬਾ ਸਾਹਿਬ ਨੇ ਕਿਹਾ ਸੀ, ਬਾਬਾ ਸੂਫੀ ਸ਼ਾਇਰ ਬਾਬਾ ਸਾਹਿਬ ਨੇ, ਕਿ ਇਸਲਾਮ ਦਾ 6ਵਾਂ ਰੁਕਨ ਰੋਟੀ ਹੈ, ਔਰ ਮੀਰ ਸਾਹਿਬ ਨੇ ਇਸ ਗੱਲ ਨੂੰ ਇਹਨਾਂ ਨੇ ਪੜ੍ਹਿਆ ਹੀ ਨਹੀਂ, ਉਹਨਾਂ ਨੇ ਇਸ ਕਰਮ ਨੂੰ, ਇਸ ਦੁੱਖ ਨੂੰ ਮਹਿਸੂਸ ਵੀ ਕੀਤਾ ਹੈ ਔਰ ਇਹ ਕਰਮ ਉਹਨਾਂ ਦੀ ਸ਼ਾਇਰੀ 'ਚ ਵੀ ਨਜ਼ਰ। अच्छा सर, मैं कुछ गल्लां साझियां करना चाह रहे हैं जे मैनूं इजाजत देओ। ਜੀ ਜ਼ਰੂਰ ਸੁਣੋ। ਜਿਸ ਤਰ੍ਹਾਂ ਇੱਕ ਬਣਾਇਆ ਤਾਂ ਮੈਂ ਪੜ੍ਹਦੇ ਆ ਦੋਸਤ ਪੂਨਮ ਸਿੰਘ ਹਰੀ ਲਿਖ ਰਹੇ ਨੇ ਕਿ ਵਾਇਲੈਂਸ ਦੇ ਜ਼ਮਾਨੇ ਵਿੱਚ ਜੀ ਪੂਨਮ ਸਿੰਘ ਲਿਖ ਰਹੇ ਨੇ ਕਿ ਵਾਇਲੈਂਸ ਦੇ ਜ਼ਮਾਨੇ ਵਿੱਚ ਤਹਿਜ਼ੀਬ ਵਾਲੇ ਪਿੱਛੇ ਰਹਿ ਜਾਂਦੇ ਨੇ, ਉਹ ਕਿਉਂਕਿ ਉਹਨਾਂ ਦਾ ਨੈਟਵਰਕ ਨਹੀਂ ਚੱਲ ਰਿਹਾ ਤਾਂ ਉਹ ਇਸ ਤਰ੍ਹਾਂ ਹਿੱਸਾ ਪਾ ਰਹੇ ਨੇ। ਅੱਛਾ, ਮੁਖਤਾਰ ਕਮਰ ਲਿਖਦੇ ਨੇ ਕਿ ਸਾਂਝ ਬਣਾਉਣਾ ਜਿਹੜਾ ਸਾਡਾ ਕੰਮ ਹੈ ਔਰ ਸ਼ਾਇਰੀ ਜਿਹੜੀ ਉਹ ਇਨਸਾਨ ਨੂੰ ਉੱਚਾ ਕਰਦੀ ਹੈ। ਔਰ ਮੀਰ ਸਾਹਿਬ ਦੀ ਜਿਹੜੀ ਸ਼ਾਇਰੀ ਹੈ ਉਹ ਉੱਚੀ ਸ਼ਾਇਰੀ ਸਿਰੋਂ ਲੋਕਾਂ ਨੂੰ ਉੱਚਾ ਕੀਤਾ ਔਰ ਆਪ ਵੀ ਅੱਜ ਦੇ ਬੁੱਲੇ ਸ਼ਾਹ ਸਨ। ਉਹਨਾਂ ਦਾ ਮਲਾਮਤੀ ਸੱਚਾ ਰੰਗ ਉਹ ਜਿਹੜੀ ਉਹਨਾਂ ਦੀ ਸ਼ਾਇਰੀ ਵਿੱਚ ਉਹ ਹਰ ਪੜ੍ਹਨ ਵਾਲੇ ਨੂੰ ਮਿਲਦਾ ਹੈ। ਤੇ ਅਖਤਰ ਖਾਨ ਸਾਡੇ ਇੱਕ ਦੋਸਤ ਲਿਖਦੇ ਨੇ ਕਿ ਅਰਸ਼ਦ ਮੀਰ ਦੀ ਜਿਹੜੀ ਸ਼ਾਇਰੀ ਹੈ ਉਹ ਇਨਸਾਨਾਂ ਦੀ ਸ਼ਾਇਰੀ ਹੈ, ਕਿਸੇ ਵੀ ਲਹਿਰ ਤੋਂ ਉੱਚੀ ਹੋ ਕੇ ਉਹ ਇਨਸਾਨਾਂ ਦੀ ਗੱਲ ਕਰਦੀ ਹੈ ਔਰ ਜਦੋਂ ਤੱਕ ਇਨਸਾਨ ਰਹੇਗਾ ਅਰਸ਼ਦ ਮੀਰ ਦੀ ਨਜ਼ਮ ਜਿਹੜੀ ਹੈ ਉਹ ਲੋਕਾਂ ਨੂੰ ਉਹਨਾਂ ਦਾ ਜੀਵਨ ਦੱਸਦੀ ਰਹੇਗੀ। ਇਕਰਾ ਹਮਾਇਲ ਵੀ ਕਹਿ ਰਹੇ ਬਹੁਤ ਵਧੀਆ, ਔਰ ਇਸੇ ਤਰ੍ਹਾਂ ਸਾਡੇ ਦੋਸਤ ਦੋਵਾਂ ਪੰਜਾਬਾਂ ਚੋਂ ਨਾਲ ਕਮੈਂਟਸ ਉਹਨਾਂ ਦੇ ਆ ਰਹੇ ਨੇ, ਉਮੈਰ ਨਦੀਮ ਵੀ। ਤੇ ਹੁਣ ਜਨਾਬ ਤੁਸੀਂ ਗੱਲ ਕਰੋ ਸਰਵਨ ਭਾਈ, ਇਹ ਲੋਕ ਵੀ ਜਿਹੜੇ ਨਾਲ ਜੁੜੇ ਨੇ ਇਹ ਵੀ ਉਹਨਾਂ ਹੀ ਪਿਆਰ ਕਰਨਾ ਲੋਕ ਜੀ। ਇਹਨਾਂ ਦਾ ਹੱਕ ਹੈ ਸਰ। ਇੱਕ ਜਿਹੜਾ ਅਦੀਬ ਹੈ ਉਹ ਬੇਸਿਕਲੀ ਉਹ ਪਬਲਿਕ ਕਮੋਡਿਟੀ ਹੈ। ਅੱਛਾ, ਹੁਣ ਮੈਂ ਜਿਹੜੀ ਤੁਸੀਂ ਗੱਲ ਕੀਤੀ ਮੀਰ ਸਾਹਿਬ ਦੇ, ਹਾਂ ਜਿਹੜੀ ਰੈਜ਼ਿਸਟੈਂਸ ਫੈਕਟਰ ਦੀ ਰੈਜ਼ਿਸਟੈਂਸ ਬਿਲਾਸ਼ੁਬਾ ਹੈ। ਮੈਂ ਇਹ ਵੀ ਮਹਿਸੂਸ ਕੀਤਾ ਹੈ ਕਿ ਫਰੋਮ ਡੇ ਬਿਗਿਨਿੰਗ ਨੰਬਰ 1 ਇੱਕ ਸੈਗਲ ਸਕਾਲਰ ਸਨ ਮਸ਼ਰਕੀ ਮਗਰਬੀ ਪਾਕਿਸਤਾਨ, ਉਹਨਾਂ ਨੇ ਟੌਪ ਕੀਤਾ। ਉਹਨਾਂ ਨੇ ਆਪਣੀ ਕਮਜ਼ੋਰੀ, ਆਪਣੀ ਗੁਰਬਤ ਨੂੰ ਰੀਜ਼ਨ ਨਹੀਂ ਬਣਾਇਆ ਨੰਬਰ 1, ਕਿਉਂਕਿ ਜਦੋਂ ਮੈਨੂੰ ਦੱਸਦੇ ਹੁੰਦੇ ਨੇ ਉਹ ਲੈਟਰ, ਜਦੋਂ ਸੈਗਲ ਸਕਾਲਰ ਹੋਏ ਤੇ ਉਸ ਟਾਈਮ 90 ਰੁਪਏ ਉਹਨਾਂ ਦਾ ਇੱਕ ਵਜ਼ੀਫਾ ਲੱਗਿਆ ਔਰ ਉਸ ਟਾਈਮ ਦੇ ਪ੍ਰੋਫੈਸਰ ਦੀ ਤਨਖਾਹ 120 ਰੁਪਏ ਹੁੰਦੀ ਸੀ ਤੇ ਘਰ ਦੀ ਰੋਟੀ ਤੇ ਦਾਲ ਦਲੀਆ ਇਹ ਫਿਰ ਰੌਲਾ ਰਿਹਾ ਹੀ ਨਹੀਂ ਨੰਬਰ 1। ਫਿਰ ਗਵਰਨਮੈਂਟ ਕਾਲਜ ਲਾਹੌਰ 'ਚ ਉਸ ਟਾਈਮ ਡਿਪਟੀ ਨਜ਼ੀਰ ਸਾਹਿਬ ਹੁੰਦੇ ਸਨ ਔਰ ਉਹਨਾਂ ਦੀ ਇੱਕ ਵਿਸ਼ ਸੀ ਕਿ ਮੇਰਾ ਪੁੱਤਰ ਵੀ ਕੋਈ ਜਾਏ, ਤੇ ਉਹ ਮੈਂ ਚੜ੍ਹ ਗਿਆ ਸੂਲੀ ਤੇ ਮੈਂ ਗਵਰਨਮੈਂਟ ਕਾਲਜ ਆ ਗਿਆ। ਤੇ ਜਿਸ ਤਰ੍ਹਾਂ ਆਜ਼ਮ ਮਲਿਕ ਸਾਹਿਬ ਵੀ ਗਵਰਨਮੈਂਟ ਕਾਲਜ ਦੀ ਖੈਰ ਵੱਡੀ ਤਾਰੀਖ ਹੈ, 3 ਰਾਵੀਆਂ ਜਿੱਥੇ ਬੈਠੇ ਨੇ, ਰਾਜਾ ਸਾਹਿਬ ਵੀ ਗਵਰਨਮੈਂਟ ਕਾਲਜ ਦੇ ਪੜ੍ਹੇ ਨੇ। ਤੇ ਮੈਂ ਹੁਣ ਇੱਕ ਚੀਜ਼ ਮਹਿਸੂਸ ਕੀਤੀ ਵੰਡ ਦੇ ਹਵਾਲੇ ਨਾਲ, ਇੱਕ ਹਿਜਰਤ ਦਾ, ਕਿਉਂਕਿ ਇਹ ਜੂਇਸ਼ ਟਰਮ ਹੈ ਮਗਰ ਇੱਕ ਡਾਇਸਪੋਰਿਕ ਲਿਟਰੇਚਰ ਜਿਹੜਾ ਹੈ ਉਹ ਵੀ ਤੁਹਾਨੂੰ ਮੀਰ ਸਾਹਿਬ ਦੇ ਨਾਲ ਮਿਲਦਾ ਹੈ। ਰੈਜ਼ਿਸਟੈਂਸ ਆਪਣੀ ਜਗ੍ਹਾ, ਮਗਰ ਇੱਕ ਜਿਹੜਾ ਡਾਇਸਪੋਰਿਕ ਲਿਟਰੇਚਰ, ਜਿਵੇਂ ਇੱਕ ਨਜ਼ਮ ਉਹਨਾਂ ਦੀ ਹੈ ਇੱਕ ਬੇਵਤਨ ਦੀ ਆਪਣੇ ਵਤਨ ਵਿੱਚ ਸਿਆਲ ਦੀ ਰਾਤ। ਹੁਣ ਉਹ ਸਰਨਾਮਾ ਇੱਕ ਐਸਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਾਨੂੰ ਕੋਈ ਬਾਹਰੋਂ ਆ ਕੇ ਹੀ ਵਾਪਰੇ ਸਾਡੇ ਤੇ। ਆਜ਼ਾਦੀ ਤੋਂ ਬਾਅਦ ਵੀ ਸਾਨੂੰ ਗੁਲਾਮ ਕਰਨ ਦਾ ਬਥੇਰਾ ਮਨਸੂਬਾ ਬਣਾ ਲਿੱਤਾ ਗਿਆ ਸੀ ਔਰ ਉਹ ਮਨਸੂਬਾ ਇੰਨਾ ਕਿ ਤਗੜਾ ਹੈ ਕਿ ਉਹਨੂੰ ਮਹਿਸੂਸ ਕਰਨ ਵਾਲਾ ਹੀ ਮਹਿਸੂਸ ਕਰ ਸਕਦਾ ਹੈ। ਦ ਸੋਲ ਆਫ ਬਲੈਕ ਦੇ ਵਿੱਚ ਇੱਕ ਉਹਦਾ ਰਾਈਟਰ, ਦ ਸੋਲ ਆਫ ਬਲੈਕ ਫੋਕ ਦਾ ਰਾਈਟਰ ਲਿਖਦਾ ਹੈ, ਮੈਂ ਸਾਂਝ ਕਰਾਂਗਾ ਥੋੜਾ ਜੀ। ਹਾਊ ਡਜ਼ ਇਟ ਫੀਲ ਟੂ ਬੀ ਅ ਪ੍ਰੋਬਲਮ? How does it feel to be a problem? Why did God make an outcast and stranger in mine own house? ਹੁਣ ਉਹ ਮੀਰ ਦੇ ਹਾਂ ਉਹ ਨਜ਼ਮ ਕਿਵੇਂ ਹੈ ਔਰ ਉਹ ਮਹਿਸੂਸ ਕਰਦਾ ਮੈਂ ਕਦੀ ਕਦੀ ਇਹ ਡਾਇਸਪੋਰਿਕ ਵਿਜ਼ਨ ਕਿ ਛਮ ਛਮ ਵਸੀਆਂ ਅੱਖਾਂ ਫਜਰੇ,
छम छम वसियां खां फजरे राती तारे रोए, गूड़ी रात सियाल दी सिर ते खलकत बूए टोए, नंगे जुस्से कंब कंब करदे सड़कां ते सिंज वर्दी, बिजली अंदर रो रो चमकी मेरे बुलां दी जर्दी, ते पत्थर पैर ते हथ बर्फ जै पानी सण रुख सावे, एक मुश्किल सा आवे अंदर एक मुश्किल सा जावे। अच्छा ਹੁਣ ਰੈਜ਼ਿਸਟੈਂਸ ਦੇ ਹਾਂ ਇੱਕ ਵੰਡ ਤੋਂ ਬਾਅਦ ਦੇ ਜਿਹੜੇ ਦੋਵਾਂ ਬੰਨਿਆਂ ਤੇ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹੈ, ਇਸ ਨੂੰ ਵੀ ਮੈਂ ਸਲੋਕਾਈ ਦਾ ਮਤਲਬ ਇਹ ਨਹੀਂ ਕਿ ਸਾਡੇ ਨਾਲ ਜਿਹੜੇ ਵੰਡੇ ਗਏ ਉਹ ਬਦਲ ਗਏ, ਜਿਵੇਂ ਮਸੂਦ ਸਾਹਿਬ ਨੇ ਫਰਮਾਇਆ ਬਿਲਕੁਲ ਬਿਲਾਸ਼ੁਬਾ ਠੀਕ ਹੈ ਕਿ ਉਹ ਮਨੂਸ ਸਾਹਿਬ ਦਾ ਸ਼ੇਰ ਉਰਦੂ ਦਾ ਹੀ ਹੈ, ਮਗਰ ਮੈਂ ਸਾਂਝ ਕਰਾਂਗਾ ਸ਼ੇਰ ਜਿਹੜਾ ਵੱਡਾ ਹੈ ਉਹ ਵੱਡਾ ਹੀ ਹੁੰਦਾ ਹੈ ਕਿ एक जुल्म करता है एक जुल्म सहता है, आपका ताल्लुक है कौन से घराने से। असल च आइडेंटिफिकेशन ऑफ योर ओन सैल्फ, अपनी शनाख्त बड़ी जरूरी है, और फिर तुसी किस तबके दे नाल खड़ना है ये बड़ा जरूरी है। प्रोफेसी दा भी यही काम सी, माड़िया ना जाके खड़े हो जाना, हर बड़े अदीब दा हर बड़े सूफिया दा यही काम है। फिर मसूद साहब दी इंपॉर्टेंट गल है कि तजुर्बे दे नाल जिहड़ी उन्होंने गल की जुरत दे नाल और वसी मुतालिया दे नाल, मैं एक ऐड ऑन गल करांगा, वसी मुतालिया दे नाल हड बीती दे नाल जो बुनत बनदी है वो फिर जैनुअन लगदी है, वो फ्लो दे विच लगदी है, और वो अपने पढ़न वाले भी आप चूज करदे। ये भी बड़ा बड़ा मसला है साडे कि इत्थे सानू बाज़ औकात मेलियां ठेले जिहड़े सी लांदे रहने हैं, ਉਹਦੇ 'ਚ ਅੱਧੇ ਬੰਦੇ ਮੰਤਰ ਪੜ੍ਹ ਕੇ ਸਾਈਡ ਤੇ ਜਦੋਂ ਗੱਲ ਕਰਦੇ ਨਾ ਕਿ ਮੰਤਰ ਹੈ, ਇਹ ਮੰਤਰ ਕਿੰਨਾ ਚਿਰ ਮੰਤਰ ਰਹਿਣਾ ਹੈ, ਇਹ ਕਿੰਨਾ ਚਿਰ ਤਾਈਂ ਅਸੀਂ ਅੱਖਾਂ ਤੇ ਪੱਟੀਆਂ ਬੰਨੀਏ, ਸਾਨੂੰ ਉਨਾ ਹੀ ਪੜ੍ਹਨਾ ਪੈਣਾ, ਸਾਨੂੰ ਉਨਾ ਹੀ ਇਸ ਮਾਈਥੋਲੋਜੀ ਨੂੰ ਦੇਖਣਾ ਪੈਣਾ ਬਤੌਰ ਹਿਸਟੋਰੀਅਨ, ਬਤੌਰ ਸਾਇੰਟੀਫਿਕ ਅਪਰੋਚ, ਬਤੌਰ ਸਾਈਕਿਕ ਐਨਾਲਿਸਿਸ। ਸਾਨੂੰ ਇਹਦਾ ਪੂਰਾ ਐਨਾਲਿਸਿਸ ਕਰੇ ਹਸਨਾਪੁਰ ਨੂੰ ਐਕਸਪਲੋਰ ਕਰਾਂਗੇ ਤੇ ਤਾਂ ਉਹਦੇ ਅਸਰਾਤ ਦਾ ਪਤਾ ਲੱਗੇਗਾ। शायर निरी इतला नहीं दिंदा, शायर इशारा भी कर रहा है, शायर दी रमज सियाणोगे तो तासुरात तो वाकिफ होवोगे। हुण मसला यह है कि इत्थे बिलाशुबा बड़ी बड़िया शैवां दियां रमजां ताईं ना पहुँच के मंत्र आख देना मेरा ख्याल है ये नाइंसाफी है, और नकादां लई खुली छुट्टी है उन्हां लई कि नवीं खुराक भी लैण, वड्डे अदीबां नूं पढ़ के उन्हां नूं एक्सप्लोर करके साढ़े जय बंदे नवीं खुराक लै रहे हैं। मेरे इदारे जिथे मैं पढ़ाना है अंग्रेजी बोलने वाले बंदे अज मीर दे तराने पढ़ते, अज पंजाबी गाते है, अज लम्स दे स्टूडेंट जिहड़े अंग्रेजी का एक टैग है वो पंजाबी पढ़ते हैं, वो नज़मां गाते हैं। गल ये है कि सानू एक तो कन्वे करना जो कि आज़म मलिक साहब बाखूबी कर रहे हैं, इन्हां नूं सलाम है कि ये इन्हां दी जिहड़ी कमिटमेंट है अपनी कॉज दे नाल, आज़म मलिक साहब नूं मेरा सलाम है। बस मसला यह है कि नकाद नूं भी अपनी नवी खुराक लेनी चाहिए। मेरी साथी ने ਇਹਦੇ 'ਚ ਇੱਕ ਗੱਲ ਜਿਹੜੀ ਮੈਂ ਕਰ ਜਾਵਾਂ, ਨਕਾਦ ਹੈ ਕਿੱਥੇ ਜੇ? ਜਿਹੜੀ ਗੱਲ ਸਾਡੇ ਸਿਰ ਦੇ ਉੱਤੇ ਜਾਏ ਉਹ ਸਾਡੇ ਵਾਸਤੇ ਗੱਲ ਹੈ ਵੇ ਕਿ ਇੱਥੇ ਨਕਾਦ ਤੁਸੀਂ ਗੱਲ ਕੀਤੀ ਹੈ, ਨਕਾਦ ਉਹ ਇਹਨਾਂ ਦੇ ਆਪਣੇ ਆਪਣੇ ਚੁਕੱਠੇ ਨੇ, ਉਹ ਚੋਖਠੇ ਦੇ ਵਿੱਚ ਇੱਕ ਸ਼ੈ ਪਾਉਂਦੇ ਨੇ, ਉਹ ਪੂਰੀ ਹੋ ਜਾਵੇ ਉਹਨੂੰ ਖੱਬੇ ਪੱਖ ਦੀ ਕਰਤੀ ਸੱਜੇ ਪੱਖ ਦੀ ਕਰਤੀ, ਉਹ ਬਿਲਕੁਲ ਹੀ ਨਕਾਦਾਂ ਦੀ। ਤੇ ਮੈਂ ਗੁੱਸਾ ਨਾ ਕਰ ਜਾਣ, ਪਤਾ ਨਹੀਂ ਮੈਨੂੰ ਤਾਂ ਕਿਸੇ ਕੋਈ ਨਹੀਂ ਨਜ਼ਰ ਨਹੀਂ ਆਏ ਕਿਧਰੇ ਕਹਿ ਵੀ ਖਲਾਈ ਮਖਲੂਕ ਨਾ ਹੋਣਾ। ਬਾਕੀ ਇਹ ਵੇ ਕਿ ਉਹ ਤੇ ਗੱਲ ਹੈ ਵੇ ਕਿ ਉਹ ਨਕਾਦਾਂ ਨੂੰ ਹੁਣ ਸ਼ਾਇਰ ਜਿਹੜਾ ਤੁਸੀਂ ਵੇਖੋ ਇਹ ਸ਼ਾਇਰੀ ਜਿਹੜੀ ਹੈ ਮੰਤਰ ਦੀ ਗੱਲ ਨੂੰ ਵੀ ਮੰਨਦਿਆ ਨਹੀਂ ਸਮਝਣਾ। ਸੁਣੋ ਗੱਲ ਕਿਵੇਂ ਜੀ ਜੀ, ਇਹ ਕੋਡੀਫਾਈਡ ਲੈਂਗੁਏਜ ਹੈ, ਕੋਡ ਹੈ। ਐਟ ਉਹ ਇੱਕ ਨਿੱਕਾ ਜਿਹਾ ਜ਼ਰਾ ਜਿਹੜਾ ਨਾ ਇਹ ਅੱਗੋਂ ਪੂਰੀ ਚੀਜ਼ ਖੋਲਦਾ ਹੈ। ਇਹ ਨਸਰ ਦੀ ਕਿਤਾਬ ਨਹੀਂ ਕਿ ਜਿਹੜੀ 2000 ਸਫ਼ੇ ਦੀ ਲੈਕਚਰ ਨਹੀਂ ਹੈ। ਇੱਕ ਨਿੱਕੀ ਜੀ ਗੱਲ ਜਿਹੜੀ ਹੈ ਨਾ ਉਹ ਕੋਡਿਡ ਲੈਂਗੁਏਜ ਹੈ, ਕੋਡੀਫਾਈਡ ਮੈਸੇਜ ਹੈ, ਉਹਨੂੰ ਖੋਲਣਾ ਕਿਵੇਂ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਸ ਨਕਾਦ ਨੂੰ ਚਾਹੀਦਾ, ਪਰ ਬਦਕਿਸਮਤੀ ਇੱਥੇ ਆਵੇ ਕਿ ਅਜੇ ਇੱਥੇ ਨਕਾਦੀ ਕੀ ਕੋਈ ਇਹਦਾ ਪਹਿਲਾ ਪੈਰ ਵੀ ਇਹਨਾਂ ਨਹੀਂ ਪੁੱਟਿਆ। ਮੰਗੇ ਦੀ ਨਕਾਦੀ ਹੈ ਗੱਲ ਦੀ ਜਿਹੜੀ ਗੱਲ। ਅੱਛਾ ਗੱਲ ਨੂੰ ਫਿਰ ਕੀ ਹੈ ਕਿ ਆਪਣੇ ਹਿਸਾਬ ਆਪਣੇ ਉਹਦੇ ਵਿੱਚ ਰੱਖ ਕੇ ਕਰਨਾ ਹੈ। ਯਕੀਨ ਕਰਿਆ ਜੇ ਕਿ ਮੈਂ ਬੜਾ ਮਾੜਾ ਜਿਹਾ ਨਿੱਕਾ ਜਿਹਾ ਸ਼ਾਇਰ ਹੈ, ਮੈਂ ਆਪਣੀ ਕਿਤਾਬ ਇਹ ਪਿੱਛੇ ਲਿਖੀ ਸੀ ਤੇ ਮੈਂ ਇੱਕ ਬੜੇ ਬੰਦੇ ਕੋਲ ਗਿਆ, ਨਾ ਮੈਂ ਨਹੀਂ ਲਾਂਦਾ,
ਅੱਗੇ ਮੈਂ ਸ਼ਾਇਦ ਸੁਣਾਈ ਇਹਨਾਂ ਨੂੰ ਗੱਲ ਕਿ ਨਹੀਂ, ਤੇ ਉਹਨਾਂ ਨੂੰ ਮੈਂ ਆਖਿਆ, ਮੈਂ ਉਹਨਾਂ ਕਿਹਾ ਜੀ ਕਿਤਾਬ ਦਿਓ, ਮੈਂ ਕਿਹਾ ਜੀ ਨਹੀਂ ਦੇਣੀ। ਕਹਿੰਦੇ ਨੇ ਕਿਉਂ? ਮੈਂ ਕਿਹਾ ਤੁਸੀਂ ਪੜ੍ਹਨੀ ਨਹੀਂ ਚੱਜ ਨਾਲ। ਵਾਹ ਵਾਹ। ਜੇ ਤੁਹਾਡਾ ਹੱਕ ਹੈ ਕਿ ਤੁਸੀਂ ਪਸੰਦ ਜਾਂ ਨਾ ਪਸੰਦ ਕਰੋ, ਤੇ ਮੇਰਾ ਹੱਕ ਹੈ ਮੈਂ ਤੁਹਾਨੂੰ ਨਹੀਂ ਸੁਣਾਣੀ ਜਾਂ ਮੈਂ ਤੁਹਾਨੂੰ ਨਹੀਂ ਦੇਣੀ ਕਿਤਾਬ। ਕਿਉਂ? ਉਹ ਇਨਸਾਫ ਹੀ ਨਹੀਂ ਕਰਦੇ। ਉਹ ਪਤਾ ਹੀ ਨਹੀਂ ਕਿਸ ਐਗਨੀ ਚੋਂ ਲੰਘ ਕੇ ਸ਼ਾਇਰ ਲਿਖਦਾ ਹੈ। ਉਹ ਅਸੀਂ ਕੋਈ ਤਰਖਾਨ ਲੁਹਾਰਾ ਕੰਮ ਤੇ ਨਹੀਂ ਪੇ ਕਰਦੇ ਕਿ ਇੱਕੋ ਜਿਹੀਆਂ ਕੁਰਸੀਆਂ ਘੜੀ ਜਾਓ। ਬਿਲਕੁਲ ਕਿਸ ਕਰਮ ਵਿੱਚ ਨਿਕਲ ਕੇ ਲਿਖਦਾ ਹੈ। ਉਹ ਸਮਝਦੇ ਨੇ ਕਿ ਸ਼ਾਇਦ ਇੱਕ ਵਾਵਾ ਜੀ ਜੀ ਹਸਨ ਜੁਨੈਦ ਵੀ ਜੁੜੇ ਨੇ ਉਹ ਕੋਈ ਨਜ਼ਮ ਦੱਸ ਰਹੇ ਨੇ, ਕਾਵੜ ਖਾਣਾ ਮਰਿਓ ਨਾਗ। ਉਹ ਸਹੀ ਪੜ੍ਹੀ ਜਾ ਰਹੀ, ਮੈਂ ਕੋਈ ਯਾਦ ਹੋਏਗੀ ਸਰਮਦ ਭਾਈ। ਕਾਵੜ ਖਾਣਾ ਮਰਿਓ ਨਾਗ ਅਯਾਣਿਆ ਵੇ, ਕਾਵੜ ਬਾਝੂ ਨਾਗ ਕਿਆ ਵੇ ਜਾ ਮਿੱਟੀ ਦੇ ਕੀੜਿਆ। ਪਰਬਤ ਗਿਉ ਵਿਸਾਰ ਮੁਸਾਫਿਰ ਕੋਈ ਨਾ ਥੀਵੇ, ਹੱਥੀ ਪਟਾਰੀਆਂ ਮਲੀਆਂ ਉਲਟਾ ਮਾਂਦਰਿਆਂ ਸੰਗ ਟੁਰਨਾ, ਸਾਰਾ ਜਿਸਮ ਪਰਾਏ ਹੱਥ ਵੇ ਖੇਡਣ ਕਹਿ ਕਰਨੇ ਨਾਗ ਅਯਾਣਿਆ ਵੇ। अच्छा सर, राज साहब गल बताइए तो जी मैंने इजाजत दो। मेरा मकसद है कि जेड़ी ट्रेडिशनल छन्नी बनाई जाती है ना साइंटिफिक नकाद क्रिटिसिज्म दी, ओनू बदलिया जाए, क्योंकि जर्री असूल कदी इहदा हरगिज मतलब नहीं कि साइंस या कोई भी टेक्निक डायनामिक नहीं, डायनामिक है। मैं कहना पिया कि ਜਿਹੜਾ ਨਵਾਂ ਬੰਦਾ ਨਾ, ਨੌਜਵਾਨ ਜਿਹੜਾ ਸਾਇੰਸ ਪੜ੍ਹ ਕੇ ਆਇਆ ਹੈ, ਜਿਹਨੂੰ ਪਤਾ ਹੈ, ਜਿਹਦੀ ਪੂਰੀ ਇਸ ਨਵੀਂ ਜਾਗਰਤੀ ਦੇ ਨਾਲ ਜੁੜਿਆ ਹੋਇਆ ਹੈ, ਉਹ ਇੰਟਰਪ੍ਰੇਟ ਕਿਧਰੇ ਕਰ ਸਕਦਾ ਹੈ 2-4-6 ਲਾਈਨਾਂ। ਇਹ ਰੀਤਲ ਕੰਮ ਵਾਲਿਆਂ ਦੇ ਬਸ ਵਿੱਚ ਨਹੀਂ। ਬਿਲਕੁਲ ਸਹੀ ਆਖਿਆ। ਨਵੀਂ ਸ਼ਾਇਰੀ ਨੂੰ ਸਮਝਣਾ ਅਸੀਂ ਚੁੱਕੇ ਸਰ ਗਵਰਨਮੈਂਟ ਕਾਲਜ ਪੰਜਾਬੀ ਮਾਈਨਸ ਨੇ ਸਾਡੀ ਤਰਬੀਅਤ ਕੀਤੀ ਹੈ। ਸਾਨੂੰ ਸਾਰੇ ਪੰਜਾਬੀ ਚੰਗੇ ਲੱਗਦੇ ਨੇ, ਅਸੀਂ ਪੂਰੇ ਦਿਲ ਸੀਆਂ ਨੂੰ ਆਖਨੇ ਸਾਰਿਆਂ ਨੂੰ। ਲੋਕਾਂ ਨੂੰ ਇਹ ਚੰਗੇ ਦੀ ਗੱਲ ਲੱਗਦੀ। ਮੈਂ ਕਿ ਸਾਨੂੰ ਸਿਖਾਇਆ ਹੀ ਸਾਰੇ ਨੇ ਕਿ ਉਹ ਮੈਂ ਇੱਕ ਨਜ਼ਮ ਆਪਣੇ ਗਵਰਨਮੈਂਟ ਕਾਲਜ ਦੇ ਟਾਵਰ ਤੇ ਲਿਖੀ ਸੀ। ਉਹ ਛੋਟੀ ਜਿਹੀ ਨਜ਼ਮ ਸਾਂਝੀ ਕਰਨਾ ਅਰਸ਼ਦ ਮੀਰ ਸਾਹਿਬ ਕਿ ਕਾਲਜ ਦੇ ਟਾਵਰ ਦੇ ਉੱਤੇ ਪੱਖੂ ਆ ਕੇ ਬਹਿੰਦੇ ਨੇ, ਜਿਵੇਂ ਸਿਆਣੇ ਬੰਦੇ ਕੋਲੋਂ ਕੀ ਮਤਾਂ ਲੈਂਦੇ। ਵਾਹ 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 ਵਾਹ। ਲੱਗਦਾ ਕਿ ਮੀਰ ਸਾਹਿਬ ਦੀ ਸ਼ਖਸੀਅਤ ਵੀ ਗਵਰਨਮੈਂਟ ਕਾਲਜ ਉਸ ਤਾਰੀਖੀ ਟਾਵਰ ਅੰਦਰ ਸੀ, ਤੋਂ ਲੋਕੀ ਸਿੱਖਦੇ ਰਹੇ। ਔਰ ਫੈਜ਼ ਮੁਰਸਲ ਸਾਹਿਬ ਕਹਿੰਦੇ ਨੇ ਕਿ ਉਹ ਪੰਜਾਬੀ ਦਾ ਮੁੱਢ ਸਨ। ਅਲੀ ਰਜ਼ਾ ਹਾਸ਼ਮੀ ਵੀ ਲਿਖਦੇ ਨੇ ਉਹਨਾਂ ਬਾਰੇ, ਔਰ ਪੂਨਮ ਸਿੰਘ ਵੀ ਕਹਿੰਦੀਆਂ ਨੇ ਕਿ ਜਿਹੜਾ ਇਹ ਅਸੀਂ ਗਵਾ ਬੈਠੇ ਹਾਂ, ਜਿਹੜਾ ਸਰਮਾਇਆ, ਇਹਦੀ ਗੱਲ ਅੱਗੇ ਪਹੁੰਚਣੀ ਚਾਹੀਦੀ ਹੈ। ਔਰ ਯਕੀਨਨ ਅਸੀਂ ਮੀਰ ਸਾਹਿਬ ਦੀ ਗੱਲ, ਮੈਂ ਕੱਲ ਪੜ੍ਹ ਰਿਹਾ ਸੀ ਉਹਨਾਂ ਦਾ ਕਿ ਖੁਰਨ ਦਮਾਮੇ ਅੰਦਰੋਂ ਅਚਣ ਚੀਜ਼ ਤਿਆਰੀ ਹੈ। ਅਚਣ ਚੇਤ ਤਿਆਰੀ ਕਚਾਵਾ ਮੌਤ ਦਾ ਤੇ ਅੱਖ ਕਚਾਵਾ ਮੌਤ ਦਾ ਬਾਹਾਂ ਲੈਣ ਉਡਾਰੀ। ਅੱਖ ਕਚਾਵਾ ਹੋਤ ਦਾ ਬਾਹਾਂ ਲੈਣ ਉਡਾਰੀ। ਖੁਰਨ ਦਮਾਮੇ ਅੰਦਰੋਂ ਅਚਣ ਚੇਤ ਤਿਆਰੀਆਂ। ਹਾਂਜੀ ਹਾਂਜੀ, ਵਾਹ 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 ਵਾਹ। ਇਹ ਕਾਬਲ ਫਖਰ ਹੈ ਜੀ ਸਰਦਾਰ ਜੀ, ਐਸਾ ਉਹਨਾਂ ਦਾ ਕਲਾਮ ਯਾਦ ਹੈ ਔਰ ਉਹਨਾਂ ਦੀ ਗੱਲ ਅੱਗੇ ਪਹੁੰਚਾ ਰਿਹਾ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਨਸਲ ਇਹਨਾਂ ਨੂੰ ਉਸਤਾਦ ਫੜ ਲਈਏ ਤਾਂ ਕਿ ਸਾਨੂੰ ਇੱਕ ਰਾਏ ਪਾ ਦੇਣ ਪੰਜਾਬੀ ਵਾਲਿਆਂ ਨੂੰ। ਜੀ ਬਿਲਕੁਲ ਜੀ ਹਰਵਿੰਦਰ ਜੀ। ਬਿਲਕੁਲ, ਜਿਸ ਤਰ੍ਹਾਂ ਸਾਧੂਕੁੱਲਾ ਸਾਹਿਬ ਗੱਲ ਕਰ ਰਹੇ ਸੀ ਨਾ ਵੀ ਜਿਹੜਾ ਸ਼ਾਇਰ ਹੁੰਦਾ ਉਹ ਕੋਈ ਮਤਲਬ ਇਹ ਤਾਂ ਹੁੰਦਾ ਨਹੀਂ ਹੈਗਾ ਵੀ ਕੁਰਸੀਆਂ ਜਿੱਦਾਂ ਇੱਕੋ ਟਾਈਪ ਦੀਆਂ ਘੜੀ ਜਾਵੇ, ਵੀ ਸਿਰਫ ਉਸੇ ਤਰ੍ਹਾਂ ਦਾ ਹੀ, ਵੀ ਉਹਦੇ ਤੇ ਕੋਈ ਠੱਪਾ ਨਹੀਂ ਲੱਗਿਆ ਹੋਣਾ ਚਾਹੀਦਾ ਵੀ ਇਹ ਸਿਰਫ ਲੈਫਟ ਵਾਲਾ ਹੈਗਾ ਤੇ ਲੈਫਟ ਦੀ ਗੱਲ ਕੀਤੀ ਆ। ਪਰ ਮੀਰ ਅਰਸ਼ਦ ਮੀਰ ਸਾਹਿਬ ਨੇ ਸਿਰਫ ਲੈਫਟ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਹਰ ਤਰੀਕੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕਾਫੀਆਂ ਵੀ ਲਿਖੀਆਂ, ਨਾਟਕ ਵੀ ਲਿਖਿਆ। ਮੈਂ ਸਰਮਾ ਸਾਹਿਬ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦਾ ਇੱਕ ਨਾਟਕ ਸੀਗਾ ਰਾਵੀ ਸੇ ਬਿਆਸ, ਤਾਂ ਮੈਂ ਬਹੁਤ ਚਾਹੁੰਦੀ ਹਾਂ ਕਿ ਉਹ ਨਾਟਕ ਹੈ ਜਿਹੜਾ ਅਗਰ ਕਿਸੇ ਨੇ ਖੇਡਿਆ ਜਾਂ ਤੁਸੀਂ ਆਪਣੇ ਕਾਲਜ ਦੇ ਵਿੱਚ ਕਿਸੇ ਨੂੰ ਖੜਵਾਇਆ ਤਾਂ ਜੇਕਰ ਉਹਦਾ ਵੀਡੀਓ ਕਿਧਰੋਂ ਮੈਨੂੰ ਮਿਲ ਜਾਵੇ ਤਾਂ ਮੈਂ ਉਹਨਾਂ ਦਾ ਉਹ ਨਾਟਕ ਦੇਖਣਾ ਚਾਹੁੰਦੀ ਹਾਂ। ਕਿਉਂਕਿ ਰਾਵੀ ਸੇ ਬਿਆਸ ਜਿਹੜਾ ਨਾਂ ਹੈਗਾ ਉਹ ਮੈਨੂੰ ਇੰਨਾ ਜ਼ਿਆਦਾ ਮਤਲਬ ਕਰਦਾ, ਅਪੀਲ ਕਰਦਾ ਕਿ ਉਹ ਦੇਖਣਾ ਚਾਹੂੰਗੀ ਮੈਂ ਉਹ ਨਾਟਕ। ਮੈਂ ਜ਼ਰੂਰ ਦਿਆਂਗਾ। ਉਹ ਰਾਵੀ ਸੇ ਬਿਆਸ ਤੱਕ ਪਾਕਿਸਤਾਨ ਦਾ ਫਸਟ ਸ਼ੈਡੋ ਪਲੇ NCA ਦੇ ਵਿੱਚ
ਰਾਜੇ ਸਾਹਿਬ ਐਮਏ ਦੇ ਜਾਣਦੇ ਸਿਲੇਬਸ ਦੇ ਜੀ, ਵਿੱਚ ਜੀ। ਹਾਂਜੀ ਉੱਥੇ ਲੱਗਿਆ play ਹੋਇਆ ਹੋਇਆ ਸੀਗਾ ਉਹਨਾਂ ਦਾ। ਹਾਂਜੀ ਹਾਂਜੀ ਜੋ ਮੈਂ ਜ਼ਰੂਰ ਤੁਹਾਨੂੰ ਸ਼ੇਅਰ ਕਰਨਾ ਹੈ, ਮੈਂ ਸਾਂਝ ਕਰ ਮਤਲਬ ਦਿੰਦਾ ਜੇ ਕਿਤੇ ਉਹਦੇ ਸਟੇਜ ਸ਼ੋਅ ਦਾ ਕਿਤੇ ਲਿੰਕ ਮਿਲਦਾ ਹੋਵੇ, ਉਹ ਮੈਨੂੰ ਲਿੰਕ ਤੁਸੀਂ ਪ੍ਰੋਵਾਈਡ ਕਰਵਾ ਦਿਓ ਜੀ, ਹਨਾ। ਬਿਲਕੁਲ ਤਾਂ ਬਿਲਕੁਲ ਜਿਸ ਤਰ੍ਹਾਂ ਬਿਲਕੁਲ। ਉਹਨਾਂ ਨੇ ਉਹੀ ਗੱਲ ਨਾ ਵੀ ਸਿਰਫ ਇੱਕੋ ਨਾਲ ਦੀਆਂ ਕੁਰਸੀਆਂ ਨਹੀਂ ਕੱਢੀਆਂ, ਮਤਲਬ ਉਹਨਾਂ ਨੇ ਹਰ ਤਬਕੇ ਦੀ ਗੱਲ ਕੀਤੀ ਆ। ਉਹਨਾਂ ਨੇ ਨਜ਼ਮ ਦੇ ਵਿੱਚ ਵੀ, ਜੇ ਉਹਨਾਂ ਨੇ 4 ਸਤਰੀ ਨਜ਼ਮ ਲਿਖੀ ਹੈਗੀ ਆ, ਤਾਂ ਲੰਬੀਆਂ ਕਵਿਤਾਵਾਂ ਵੀ ਲਿਖੀਆਂ, ਤੇ ਉੱਥੇ ਉਹਨਾਂ ਨੇ ਕਾਫੀਆਂ ਵੀ ਕਾਫੀ ਲਿਖੀਆਂ ਹੈਗੀਆਂ, ਜਿਹਨੂੰ ਆਪਾਂ, ਮੈਂ ਸੋਚਦੀ ਸੀ ਵੀ ਕਾਫੀਆ ਜਿਹੜੀ ਬੁੱਲੇ ਸ਼ਾਹ ਦੀ, ਉਹ ਇਸ਼ਕ ਰੂਹਾਨੀ ਵਾਲੀ ਕਾਫੀ ਜਿਹੜੀ ਹੁੰਦੀ ਹੈ, ਮੈਨੂੰ ਲੱਗਦਾ ਹੁੰਦਾ ਵੀ ਖਾਸ ਤੌਰ ਤੇ ਜਿਹੜੀ ਕਾਫੀ ਹੈਗੀ ਆ, ਉਹਦਾ ਜਿਹੜਾ ਮੇਨ ਜਿਹੜਾ ਸਬਜੈਕਟ ਹੈਗਾ ਉਹ ਰੂਹਾਨੀ ਇਸ਼ਕ ਵਾਲਾ ਹੈਗਾ। ਤਾਂ ਉਹ ਉਹਨਾਂ ਨੇ ਉਦਾਂ ਦੀ ਕਾਫੀ ਲਿਖੀ। ਮੈਨੂੰ ਯਾਦ ਆ ਰਹੀ ਹੈ ਉਹਨਾਂ ਦੀ ਇੱਕ ਕਾਫੀ ਸੀਗੀ, ਹਾਰ ਸ਼ਿੰਗਾਰ ਕੇ ਤੈਂ ਬਾਜੂ, ਹਾਰ ਸ਼ਿੰਗਾਰ ਕੇ ਤੈਂ ਬਾਜੋ, ਪੱਠ ਪਵੇ ਪੁਸ਼ਾਕ ਵੇ ਰਾਂਝਣ, ਆ ਰਾਂਝਣ ਲੋਲਾਕ ਵੇ ਰਾਂਝਣ, ਆ ਰਾਂਝਣ ਲੋਲਾਕ। ਇਹ ਨਜ਼ਮ ਅਗਰ ਇਹ ਕਾਫੀ ਅਗਰ ਸਰਮਦ ਸਾਹਿਬ ਨੂੰ ਪੂਰੀ ਆਉਂਦੀ ਹੋਵੇ ਤਾਂ ਮੈਨੂੰ ਹਾਰ ਕੁਝ ਅਗਲਾ ਸ਼ਿੰਗਾਰ, ਹਾਰ ਸ਼ਿੰਗਾਰ ਕਹੇ ਤੈਂ ਬਾਝੋਂ, ਭੱਟ ਪਵੇ ਪੌਸ਼ਾਕ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ, ਨਾ ਰਜ ਤਖਤ ਹਜ਼ਾਰਾ ਤਕਿਆ, ਨਾ ਖੇੜੇ ਦੀ ਝਾਕ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ, ਅਰਸ਼ ਮੁਨੱਵਰ ਬਾਂਗਾ ਮਿਲੀਆਂ, ਅਰਸ਼ ਮੁਨੱਵਰ ਬਾਂਗਾ ਮਿਲੀਆਂ, ਕੰਬ ਗਈ ਥਰ ਥਰ ਖਾਕ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ, ਆਂਡ ਗਵਾਂਡ ਫਰਿਸ਼ਤਿਆਂ ਦੇ ਘਰ, ਆਂਡ ਗਵਾਂਡ ਫਰਿਸ਼ਤਿਆਂ ਦੇ ਘਰ, ਮੈਂ ਅੰਦਰ ਨਾ ਪਾਕ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ, ਖਾ ਗਏ ਉਮਰ ਅਯਾਣੇ ਸਾਰੀ, ਉਂਗਲਾਂ ਚੱਟ ਗਏ ਚਾਕ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ, ਤੇ ਛੰਡ ਕੇ ਜਿਸਮ ਗੰਗਾ ਤੋਂ ਪਰਤੇ, ਛੰਡ ਕੇ ਜਿਸਮ ਗੰਗਾ ਤੋਂ ਪਰਤੇ, ਸੈयद ਬਣ ਗਏ ਸਾਖ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ, ਵਹਿਸ਼ਤ ਰੋਜ਼ ਜ਼ਮੀਨ ਤੇ ਉਤਰੇ, ਗੁਮ ਸੁਮ ਜੈ ਅਫਲਾਕ ਵੇ ਰਾਂਝਣ, ਆ ਰਾਂਝਣ ਲੌਲਾਕ ਵੇ ਰਾਂਝਣ। जी बिल्कुल, बात बात को बात को ਮਜ਼ਾ ਆਇਆ। ਇਹੋ ਜਿਹੀਆਂ ਕਾਫੀਆਂ ਬਥੇਰੀਆਂ ਅਮੀਰ ਹੋਰਾਂ ਲਿਖੀਆਂ। ਅੱਛਾ, ਮੈਂ ਇਸੇ ਪ੍ਰੋਗਰਾਮ ਦੇ ਤੁਫੈਲ ਤੁਹਾਨੂੰ ਹੋਰ 2-3 ਚੀਜ਼ਾਂ ਸਾਂਝ ਕਰਾਂਗਾ। ਰਾਜਾ ਸਾਹਿਬ ਸਾਡੇ ਨਾਲ ਤਾਂ ਸ਼ੁਰੂ ਤੋਂ ਹੀ ਰਾਬਤੇ 'ਚ ਨੇ ਤੇ ਜਾਣਦੇ ਨੇ ਕਿ ਪ੍ਰੋਫੈਸਰ ਸਾਹਿਬ ਦਾ ਕੰਮ ਜਿਹੜਾ ਲੋਕ ਨਾਬਰੀ ਦੇ ਹਵਾਲੇ ਨਾਲ ਉਹ ਜਿਸ ਤੋਂ ਸਭ ਤੋਂ ਪੁਰਾਣਾ ਕੰਮ ਹੈ, ਔਰ ਉਹ ਲੋਕ ਨਾਬਰੀ ਦਾ ਜਿਹੜਾ ਥੀਸਿਸ ਹੈ ਉਹਨਾਂ ਦਾ ਉਹ ਬੜਾ ਮਾਇਨੇ ਰੱਖਦਾ ਹੈ, ਔਰ ਉਹ ਪਬਲੀਕੇਸ਼ਨ ਦੇ ਮਰਹਲੇ 'ਚ ਹੈ। ਲੋਕ ਨਾਬਰੀ ਔਰ ਸਾਂਦਲ ਬਾਰ ਦੀ ਤਾਰੀਖ ਦੇ ਹਵਾਲੇ ਨਾਲ, ਕਿਉਂਕਿ ਰੇਡੀਓ ਦਾ ਪ੍ਰੋਗਰਾਮ ਇਹ ਫੈਸਲਾਬਾਦ ਕਰਦੇ ਰਹੇ ਨੇ, ਉਹ 12 ਕਿਸ਼ਤਾਂ ਇਹਨਾਂ ਦੀਆਂ ਸਾਂਦਲ ਬਾਰ ਦੀ ਤਾਰੀਖ ਦੇ ਹਵਾਲੇ ਨਾਲ ਵੀ ਇਹਨਾਂ ਦਾ ਕੰਮ ਹੈ। ਔਰ ਖਤੂਤ ਜਿਹੜੇ ਨੇ ਉਹਨਾਂ ਦੇ ਜਿਹੜੇ ਨੇ ਉਹ ਵੀ ਇੱਕ ਜਦ ਤਾਈਂ ਤੁਹਾਡੇ ਕੋਲ ਆਉਣਗੇ ਤੇ ਉਹ ਇੱਕ ਡਿਫਰੈਂਟ ਹੀ ਉਹਦਾ ਇੱਕ ਚਸ ਹੈ, ਉਹਦਾ ਹਸਨਾਪੁਰ ਬੜਾ ਮੁਖਤਲਿਫ ਹੈ। ਮਗਰ ਫਿਲਹਾਲ ਅਜੇ ਸ਼ਾਇਰੀ ਦੇ ਇਸ ਸਾਲ ਤੁਹਾਨੂੰ ਲੋਕ ਨਾਬਰੀ ਦੇ ਹਵਾਲੇ ਨਾਲ ਵੀ ਉਹਨਾਂ ਦੀ ਕਿਤਾਬ ਮਿਲੇਗੀ ਵਾਹ ਵਾਹ। ਅੱਛਾ, ਇਹ ਸਰਪੰਚ ਜੀ ਪੂਨਮ ਸਿੰਘ ਜੀ ਕਹਿੰਦੇ ਨੇ ਕਿ ਧਰਤੀ ਉੱਤੇ ਕੰਨ ਧਰ ਕੇ ਇਸ ਦੀ ਆਵਾਜ਼ ਸੁਣੀਏ ਅਰਸ਼ਦ ਮੀਰ ਦੀਆਂ ਨਜ਼ਮਾਂ ਰਾਹੀਂ, ਕਿ ਧਰਤੀ ਕੁਝ ਬੋਲਣਾ ਚਾਹੁੰਦੀ ਹੈ, ਕੁਝ ਕਹਿਣਾ ਚਾਹੁੰਦੀ ਹੈ। ਅਰਸ਼ਦ ਮੀਰ ਦੇ ਸ਼ਬਦ ਵੇਖੋ, ਉਹ ਦੱਸਣਗੇ ਧਰਤੀ ਕੀ ਆਖਦੀ ਹੈ। ਇਹ ਬਹੁਤ ਵੱਡਾ ਮੈਂ ਸਮਝਦਾ ਤੁਹਾਡੀ ਮੁਹੱਬਤ ਹੈ, ਔਰ ਅਸੀਂ ਖੁਦ ਇਹੀ ਸਮਝਦੇ ਹਾਂ ਕਿ ਤੁਸੀਂ ਨੈਟਵਰਕ ਨਾਲ ਜੁੜੇ ਨਹੀਂ ਰਹੇ, ਲੇਕਿਨ ਫਿਰ ਵੀ ਤੁਸੀਂ ਆਪਣਾ ਸੁਨੇਹਾ ਆਵਾਜ਼ ਪੂਰੀ ਤਰ੍ਹਾਂ ਪੜਾਈ ਹੈ। ਤੇ ਮੈਂ ਦੱਸਦਾ ਜਾਵਾਂ ਕਿ ਕੱਲ ਵੀ ਅਸੀਂ ਇਸੇ ਟਾਈਮ ਤੇ ਕੱਲ ਦੁਬਾਰਾ ਸੀ ਮੀਰ ਸਾਹਿਬ ਦੇ ਹੋਰ ਕੋਈ ਸੱਜਣ ਬੇਲੀ ਆ ਰਹੇ ਨੇ, ਕਸਵਰ ਬਾਖਰੀ, ਅਮਜਦ ਅਲੀ ਸ਼ਾਕਰ, ਤੇ ਉਹ ਦੋਸਤ ਵੀ ਗੱਲਬਾਤ ਕਰਨਗੇ। ਮੈਂ ਕੋਸ਼ਿਸ਼ ਕਰਾਂਗਾ ਪੂਨਮ ਸਿੰਘ ਨੂੰ ਕੱਲ ਦੁਬਾਰਾ ਕੋਸ਼ਿਸ਼ ਕਰੀਏ ਲੈਣ ਵੀ, ਤਾਂ ਕਿ ਉਹਨਾਂ ਦੇ ਜਿਹੜੇ ਵਿਚਾਰ ਸੀ ਦੁਬਾਰਾ ਸਾਡੇ ਸੁਣਨ ਵਾਲੇ ਸੁਣ ਸਕਣ। ਜੀ ਸਰਵਨ ਭਾਈ। ਜੀ ਬਹੁਤ ਬਹੁਤ ਅੱਛੀ ਗੱਲ ਹੈ। ਮੈਂ ਸਮਝਦਾ ਕਿ ਜੋ ਤੁਸੀਂ ਲੋਕਾਂ ਨੇ ਵੇਵ ਸ਼ੁਰੂ ਕੀਤੀ ਹੈ ਇਹਨੂੰ ਸਲਾਮ ਹੈ, ਔਰ ਇਹ ਸਿਲਸਿਲਾ ਪੰਜਾਬੀ ਚਾਹਾਂਗੇ ਕਿ ਅੱਜ ਦਾ ਚੁੱਕੇ ਪ੍ਰੋਗਰਾਮ ਦਾ ਟਾਈਮ ਕੋਈ ਚੀਜ਼
जी जी, मैं सर एक नज़म कहना तो मीर साहब की एक नज़म, क्योंकि राजा साहब बैठे ने इन्हों के खिते के हवाले नाल ही मीर साहब की एक नज़म है, तक्के नहीं ਉਹਦਾ सरनामा है, ते जे राजा साहब की इजाजत हो तो मैं सुना दूं। जनाब जनाब बाजू बात। तक्के तक्के नहीं तुसा छज छंगेड़े हथ जी बिस्मिल्लाह। पहाड़ बरूर छणकने। वाह बिल्कुल तके नहीं तुसा छज छंगेड़े हथ पहाड़ बरूर छणकने। हथ बार दे हथ जस की रत जस मेर। तके नहीं तुसा जिन घड़ियो सुरान वाह पसी जल यप हडियारे। उतर पहाड़ों आए चश्मे कलर सिमण हाथ खड़ी लहराए नी गंगा बामणिए। तके नहीं तुसा गहने तरदे जे अंदर सत गौण पै घर आपे मुश्कण कदे न लीड़े पौण नी गंगा बामणिए। ते तक तक सईदण सैयद मन पै चढ़ दे लिफ लिफ जावे दौण नी गंगा बामणिए। तके नहीं तुसा बसरे हथ चराग बने रब मिलिया राह विच आ। कोई सागर जण गई नार कामणी कांबा बंड गई वाह नी गंगा बामणिए। तके नहीं तुसा सहमे ठर दे ना कोई कांग बला निरत नट बेल चढ़ी असमां ते अते कणी कणी दरिया नहीं। तके नहीं तुसा छपड़ा विच दुध तरदे तके नहीं तुसा छपड़ा विच दुध तरदे छन्ने आप भरे सांझरे खुल समय ते उपरों लंघ गई लो वे मैं रज न गल्लां कीतियां वेड़े आण खलो वेड़े आण बहुत ਵਧੀਆ ਕਿਉਂਕਿ ਅੱਜ ਦੇ ਜਿਹੜਾ ਪ੍ਰੋਗਰਾਮ ਸੀ ਉਹਦੇ ਉੱਪਰ ਲਾਈਨ ਜਿਹੜੀ ਸੀਗੀ ਉਹ ਸ਼ੁਰੂਆਤ ਵੀ ਉੱਥੇ ਹੀ ਹੋਈ ਸੀਗੀ ਵੀ ਰੱਜ ਨਾਲ ਗੱਲਾਂ ਕੀਤੀਆਂ ਪਰ ਸ਼ਰਮਾ ਸਾਹਿਬ ਨੇ ਅਖੀਰ ਵੀ ਇਖਤਤਾਮ ਵੀ ਉੱਥੇ ਲਿਆ ਕੇ ਕੀਤਾ ਔਰ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਹੋਇਆ ਕਿ ਜਿੱਥੋਂ ਸ਼ੁਰੂਆਤ ਹੋਈ ਉੱਥੇ ਹੀ ਆਪਾਂ ਇੱਕ ਨਵੀਂ ਸ਼ੁਰੂਆਤ ਕੀਤੀ ਹੈਗੀ ਮੈਨੂੰ ਬਹੁਤ ਵਧੀਆ ਲੱਗਿਆ ਮਲਿਕ ਸਾਹਿਬ ਸ਼ਰਮਾ ਸਾਹਿਬ ਭਾਈ ਦੇ ਸਾਨੂੰ ਹੋਣ ਦੇ ਨਾਲ ਸਾਨੂੰ ਬਿਲਕੁਲ ਇੰਝ ਲੱਗਾ ਕਿ ਜਿਵੇਂ ਅੱਜ ਅਸੀਂ ਮੀਰ ਸਾਹਿਬ ਦੇ ਰੂਬਰੂ ਬੈਠੇ ਆ ਕਿਉਂਕਿ ਜ਼ਾਤ ਅਫਸਰ ਨੇ ਇਕਰਾ ਹਮਾਇਤ ਕਹਿੰਦੀ ਇੱਕ ਬਹੁਤ ਮਜ਼ਾ ਬਹੁਤ ਅੱਛਾ ਕਲਾਮ ਪੜਿਆ ਸ਼ਰਮਾ ਸਾਹਿਬ ਨੇ ਔਰ ਇਕਰਾ ਨੇ ਖੁਦ ਵੀ ਗੱਲ ਲਿਖੀ ਹੈ ਕਿ ਅਰਸ਼ਦ ਮੀਰ ਵਰਗਾ ਮਾਂ ਇੱਕ ਵਾਰ ਹੀ ਜੰਮਦੀ ਹੈ ਇਹ ਜਿਹਨੇ ਆਪਣੀ ਸੂਫੀ ਸ਼ਾਇਰੀ ਰਾਹੀਂ ਜ਼ਬਾਨਾਂ ਦੇ ਵਿੱਚ ਨਵੀਂ ਰੂਹ ਫੂਕੀ ਬੇਸ਼ੱਕ ਜੀ ਉਹੀ ਸੂਫੀ ਸ਼ਾਇਰੀ ਹੁੰਦੀ ਹੈ ਜਿਹੜੀ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ ਜਿਹੜੀ ਲੋਕਾਂ ਦੀ ਸੇਵਾ ਕਰਨਾ ਦੱਸਦੀ ਹੈ ਔਰ ਇਨਸਾਨ ਤੋਂ ਬਗੈਰ ਕੋਈ ਸ਼ਾਇਰੀ ਸੂਫੀ ਸ਼ਾਇਰੀ ਨਹੀਂ ਬਣ ਸਕਦੀ ਤੇ ਮੈਂ ਵੀ ਇਹ ਮਾਨਣਾ ਕਹਾਂਗਾ ਕਿ ਚਿਸ਼ਤੀਆ 'ਚ ਉੱਗਣ ਵਾਲੇ ਕਾਹ ਪੁੱਤਰੇ ਕੰਨ ਛਾਵੇਂ ਦਰਖਤ ਅਰਸ਼ਦ ਮੀਰ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਉਹਨਾਂ ਦੇ ਲਫ਼ਜ਼ਾਂ ਦੀ ਛਾਂ ਮਾਨਨੇ ਪਏ ਆ 1952 'ਚ ਪੈਦਾ ਹੋਏ ਔਰ 2008 'ਚ ਦੁਨੀਆ ਨੂੰ ਛੱਡ ਗਏ ਲੇਕਿਨ ਬਕੌਲ ਵਾਰਿਸ ਸ਼ਾਹ ਸਦਾ ਹੀ ਜਿਉਂਦੇ ਨੇ ਦੀਆਂ ਨੇਕ ਕਮਾਈਆਂ ਨੇ ਤੇ ਮੈਂ ਆਪਣੇ ਸੱਜਣਾ ਕੋਲੋਂ ਇਜਾਜ਼ਤ ਚਾਹਾਂਗਾ ਮੈਂ ਬਹੁਤ ਧੰਨਵਾਦੀ ਹਾਂ ਰਾਜਾ ਸਾਦੁਕੁੱਲਾ ਸਾਹਿਬ ਦਾ ਮਸੂਦ ਅਹਿਮਦ ਸਾਹਿਬ ਦਾ ਹਰਪਿੰਦਰ ਰਾਣਾ ਹਰਾਂ ਦਾ ਔਰ ਪ੍ਰੋਫੈਸਰ ਡਾਕਟਰ ਸਰਮਦ ਦਾ ਔਰ ਜਿਹੜੀ ਸਾਡੀ ਭੈਣ ਪੂਨਮ ਸਿੰਘ ਨਹੀਂ ਹੋ ਸਕੀ ਉਹ ਕੱਲ ਜ਼ਰੂਰ ਸਾਡੇ ਨਾਲ ਜਾਇਰ ਹੋਣਗੇ ਅਸੀਂ ਕੱਲ ਵੀ ਗੱਲਾਂ ਕਰਾਂਗੇ ਕਿਉਂਕਿ ਅਸੀਂ ਸਮਝਦੇ ਹਾਂ ਅਰਸ਼ਦ ਮੀਰ ਦੀਆਂ ਜਿੰਨੀਆਂ ਗੱਲਾਂ ਨੇ ਜਿੰਨਾ ਡੂੰਘਾ ਕਲਾਮ ਹੈ 1-2 ਦਿਨ ਤੋਂ ਕੁਝ ਵੀ ਨਹੀਂ ਸਾਰੀ ਉਮਰ ਵੀ ਕਰੀਏ तो हक अदा नहीं हो सकता लेकिन असी नवी नस्ल तक ये सुनेहा पढ़ाना है कि देखो पंजाबी दे ये सूरमे ने जिन्हों ने दुनिया भर के साथ दे मुकाबले ते रखा जाने वाला जिहड़ा इलम अदब तखलीक किया है एवें लोग उन्होंने पंजाब दा उमर नहीं कहते जिन्ना ग्रीक लिटरेचर पढ़े है उन्होंने पता है उन्होंने उमर की है और जिन्ना पंजाबी शायरी सूफी पढ़े ने उन्होंने पता है अरशद मीर की है असी सब दोस्तों के धन्यवादी हाँ और सुनने को चाहांगा कि कल 5 ਵਜੇ ਤੱਕ ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ ਕੱਲ 5 ਵਜੇ ਅਸੀਂ ਅਲੀ ਅਰਸ਼ਦ ਮੀਰ ਦੀ ਹੋਰ ਯਾਦਾਂ ਲੈ ਕੇ ਹੋਰ ਸੱਜਣ ਮਿੱਤਰ ਲੈ ਕੇ ਹਾਜ਼ਰ ਹੋਵਾਂਗੇ ਸੁਣਦੇ ਰਹੋ ਪੰਜਾਬੀ ਕਾ ਅਕੈਡਮੀ ਦੇ ਪੇਜ ਤੇ ਰੱਬ ਰੱਖਾ ਅੱਲਾ ਬੇ ਥੈਂਕ ਯੂ ਸਤਿ ਸ਼੍ਰੀ ਅਕਾਲ जी राय साहब शुक्रिया जनाब
बड़ी मेहरबानी जनाब। वो और मसूद साहब ठीक ठाक हो तुसी? जी सर मसूद ਵੀਰ ਜੀ ਦਾ अलहमदुल्ला ਆਉਣ बड़ी ਦਾ ਬੜਾ मेहरबानी। ਸ਼ੁਕਰੀਆ। ਹੁਣ हाँ ਅਸੀਂ ਆਫਲਾਈਨ ਆ, ਮੈਂ ਕਿਹਾ ਸਲਾਮ ਦੁਆਨੀ ਹੋਣੀ ਰਹੀ ਹੈ ਨਾ ਜੀ। हाँ ਤੇ ਰਾਏ हाँ ਸਾਹਿਬ ਪਰਸੋਂ क्या ਅਸੀਂ ਨਾ बात। ਜੀ 5 ਵਜੇ, ਪਰਸੋਂ 5 ਵਜੇ ਮੁਸ਼ਾਇਰਾ ਰੱਖਿਆ ਜੀ ਉਹਨਾਂ ਦੀ ਯਾਦ 'ਚ, ਤੇ ਤੁਸੀਂ ਜ਼ਰੂਰ ਟਾਈਮ ਦੇਣਾ ਪਰਸੋਂ। ਮਸੂਦ ਭਾਈ ਕੋਲ ਵੀ ਸੁਣਨੀ ਅਸੀਂ, ਮੈਂ ਇਹਨਾਂ ਨੂੰ ਸੁਣਿਆ ਸੀ ਉਹ ਉੱਥੇ ਕਾੜੇ ਨਾ ਜੀ, ਉਹ ਕਾਲਜ ਦੇ ਵਿੱਚ ਫੰਕਸ਼ਨ ਸੀ ਉਹਦਾ, हाँ ਆਸਮ ਪਟਿਆਲ ਦੀ ਕਿਤਾਬ ਦਾ, हम्म। ਕਰੁੰਬਲਾ ਦਾ। ਉਹ ਮੈਂ मैं ਛਾਪੀ ਜੀ आज भी ਕਰੁੰਬਲਾ, ਉੱਥੇ ਮੈਂ ਮਸੂਦ ਭਾਈ ਨੂੰ ਸੁਣਿਆ ਸੀ। हाँ नहीं मसूद भाई बड़ा पुराने जनाब है। ਨਹੀਂ ਜੀ, साडे ते कुलीग मेरे ते ਮਸੂਦ ਸਾਹਿਬ कुलीग भी ਬਹੁਤ ने है। ਪੁਰਾਣੇ। ਅੱਛਾ ਵਾਹ, ਅੱਛਾ ਮੈਨੂੰ ਤੁਹਾਡੇ ਰਾਵੀ ਨੂੰ ਹੁੰਦਾ ਅੱਜ ਪਤਾ ਲੱਗਾ ਜੀ, ਤੇ ਹੋਰ ਸਾਂਝ ਬਣ ਗਈ ਰਾਏ ਸਾਹਿਬ ਤੁਹਾਡੀ ਸਾਡੀ ਗਵਰਨਮੈਂਟ ਕਾਲਜ ਦੀ। ਉਹ ਜਨਾਬ ਮੈਂ ਸਨ 70 ਤੋਂ 75 ਮੈਨੂੰ ਫਿਰ ਇਹਨਾਂ ਨੇ ਜਮੀਅਤ ਵਾਲਿਆਂ ਦਾਖਲਾ ਨਹੀਂ ਸੀ ਜਾਂ ਦਿੱਤਾ ਐਮਏ ਚ, ਵਰਨਾ ਮੈਂ ਐਮਏ ਵੀ ਕਰਦਾ। ਫਿਰ ਮੈਂ ਲਾਜ ਗਿਆ ਸਾਂ, ਫਿਰ ਬੈਂਕੀ ਟੁਰ ਗਿਆ ਸਾਂ ਅੱਛਾ ਅੱਛਾ ਜਦੋਂ ਗ੍ਰਾਮੀਣ ਫਰੰਟ ਬਣੀ ਸੀ ਨਾ ਜੀ ਜੀ ਸਨ ਜੀ 72 73 ਵਿੱਚ, ਉਦੋਂ ਗਵਰਨਮੈਂਟ ਕਾਲਜ ਚ ਸੀ। हाँ जी, थोड़ी सी ना गुफ्तगू से इशारा परसों फीबा है ਮੈਂ ਵੀ ਜਨਾਬ ਪੂਰਾ ਘੰਟਾ ਜਿਹੜਾ ਤੁਹਾਡਾ ਹੈ ਨਾ, ਸਵਾ ਘੰਟਾ ਸਿਗਰਟ ਨਹੀਂ ਪੀਤਾ। ਮੈਂ ਕਿਹਾ ਕਿ ਠੀਕ ਨਹੀਂ ਕਿ ਆਨਲਾਈਨ ਹੋਏ ਬੰਦਾ ਤੇ ਸਿਗਰਟ ਪੀਏ ਹੈ ਜੀ। बस अब इजाजत है जनाब। नहीं आप या बेटा बंद कर ले इसे। नहीं सारा इधर आई बच्ची। बेटा निया पंख कोई बंद कर दे, ये पहले तो चाय की प्याली तो मेरे बीच में ही जाया हुए। पक्खा चला दे मेरा। बंद नहीं करना होता, ऐसे कह दिया तुमने। हाँ,